ਜੈ ਭੀਮ ਕੰਚ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਵਿਚਾਰ ਤੇ ਗੱਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸਨੈਨ ਤੇ ਮੇਰੇ ਨਾਲ ਸਹਿਯੋਗੀ ਰੂਪ। ਜੈ ਗੁਰਦੇਵ ਜੈ ਭੀਮ ਕੰਚ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਵਿਚਾਰ ਤੇ ਗੱਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਮੇਸ਼ਾ ਹੀ ਕੁਝ ਅਜਿਹੇ ਮੁੱਦੇ ਲੈ ਕੇ ਆਉਂਦੇ ਆ ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਬੜੀ ਹੀ ਅਹਿਮੀਅਤ ਰੱਖਦੇ ਆ। ਪਰ ਅਸੀਂ ਅੱਜ ਜਿਹੜਾ ਵਿਸ਼ਾ ਲੈ ਕੇ ਆਏ ਆ ਉਹ ਸਾਡੇ ਇੱਕ ਉਹ ਰਿਸ਼ਤੇ ਨੇ ਜੋ ਰੱਬ ਵੱਲੋਂ ਨਹੀਂ ਬਣ ਕੇ ਆਉਂਦੇ, ਜੋ ਇਨਸਾਨ ਇੱਥੇ ਦੁਨੀਆ ਦੇ ਵਿੱਚ ਆ ਕੇ ਬਾਅਦ ਵਿੱਚ ਬਣਾਉਂਦਾ ਆ। ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਰਿਸ਼ਤਿਆਂ ਦੀ ਜਿਹੜੀ ਮਿਆਦ ਆ ਉਹ ਕਿੰਨੀ ਕੀ ਹੁੰਦੀ ਆ ਤੇ ਉਹ ਰਿਸ਼ਤੇ ਜਿਹੜੇ ਆ ਕਿਸ ਹੱਦ ਤੱਕ ਨਿਭਦੇ ਆ, ਉਸ ਰਿਸ਼ਤਿਆਂ ਦੇ ਵਿੱਚ ਕਿੰਨੀਆਂ ਕੁ ਜਿਹੜੀਆਂ ਆ ਕਮੀਆਂ ਜਿਹੜੀਆਂ ਪਾਈਆਂ ਜਾਂਦੀਆਂ ਆ, ਜਾਂ ਉਹ ਰਿਸ਼ਤੇ ਜਿਹੜੇ ਆ ਇਨਸਾਨ ਦੀ ਜ਼ਿੰਦਗੀ ਵਿੱਚ ਕਿਸ ਹੱਦ ਤੱਕ ਨਾਲ ਖੜੇ ਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਅੱਜ ਅਸੀਂ ਉਸ ਗੱਲ ਤੇ ਵਿਚਾਰ ਕਰਾਂਗੇ ਜਿਹੜੇ ਸਾਡੇ ਇਨਸਾਨ ਵੱਲੋਂ ਰਿਸ਼ਤੇ ਬਣਾਏ ਜਾਂਦੇ ਆ। ਕਿਉਂਕਿ ਅੱਜ ਕੱਲ੍ਹ ਜਿਹੜਾ ਆ ਰਿਸ਼ਤਾ ਜਿਹੜਾ ਸੁਨਹਿਰਾ ਪਰਮਾਤਮਾ ਨੇ ਬਣਾ ਕੇ ਭੇਜਿਆ ਹੁੰਦਾ ਆ ਇੱਕ ਮਾਂ ਦਾ ਰਿਸ਼ਤਾ। ਉਹ ਜਿਹੜਾ ਆ ਉਹ ਰੱਬ ਵੱਲੋਂ ਹੀ ਬਣ ਕੇ ਆਉਂਦਾ। ਬੱਚਾ ਆਪਣੇ ਮਾਂ ਦੇ ਜਿਹੜੇ ਢਿੱਡ 'ਚ ਪਲਦਾ ਆ, ਉਹ ਮਾਂ ਜਿਹੜੀ ਆ ਉਹਨੂੰ ਜੋ ਮਾਂ ਨੇ ਖਾਣਾ ਉਹ ਬੱਚੇ ਤੱਕ ਪਹੁੰਚਣਾ, ਜੋ ਮਾਂ ਨੇ ਮਤਲਬ ਜੇ ਮਾਂ ਚਾਹਵੇ ਤਾਂ ਹੀ ਉਹ ਬੱਚਾ ਜਿਹੜਾ ਜ਼ਿੰਦਾ ਰਹਿ ਸਕਦਾ ਆ, ਉਹ ਮਾਂ ਦੇ ਸਿਰ ਤੇ ਹੁੰਦਾ ਆ। ਉਹ ਰਿਸ਼ਤਾ ਜਿਹੜਾ ਤੇ ਕਿਉਂਕਿ ਇਹ ਦਾਤ ਜਿਹੜੀ ਨੂੰ ਕਿ ਉਹ ਇੱਕ ਮਾਂ ਬਣ ਸਕਦੀ ਆ, ਇੱਕ ਬੱਚੇ ਨੂੰ ਜਨਮ ਦੇ ਸਕਦੀ ਆ। ਉਹ ਰਿਸ਼ਤਾ ਜਿਹੜਾ ਆ ਉਹ ਵੀ ਅੱਜ ਇਦਾਂ ਦੇ ਹਾਲਾਤ ਬਣ ਗਏ ਨੇ ਪੰਜਾਬ ਦੇ, ਕਹਿ ਲਓ ਕਿ ਉਹ ਰਿਸ਼ਤਾ ਜਿਹੜਾ ਇੰਨਾ ਦਾਗਦਾਰ ਹੁੰਦਾ ਜਾ ਰਿਹਾ ਹੈ, ਜਾਂ ਉਹ ਰਿਸ਼ਤਾ ਜਿਹੜਾ ਇੰਨਾ ਸ਼ਰਮਸਾਰ ਹੁੰਦਾ ਜਾ ਰਿਹਾ ਹੈ ਕਿ ਜਿਹਦੇ ਬਾਰੇ ਕਦੇ ਵੀ ਆਪਾਂ ਪਹਿਲਾਂ ਕਦੇ ਸੋਚਿਆ ਨਹੀਂ ਹੋਵੇਗਾ ਕਿ ਕਦੇ ਮਾਂ ਤੇ ਪੁੱਤ ਜਾਂ ਮਾਂ ਦੀ ਔਲਾਦ ਜਿਹੜੀ ਆ ਉਹਨਾਂ ਵਿੱਚ ਵੀ ਇੰਨਾ ਫਰਕ ਆ ਸਕਦਾ ਆ, ਜਾਂ ਉਹ ਵੀ ਇੱਕ ਦੂਜੇ ਦੇ ਜਿਹੜੇ ਖਿਲਾਫ ਹੋ ਸਕਦੇ ਆ, ਜਾਂ ਇੱਕ ਦੂਜੇ ਨੂੰ ਉਹ ਜਾਨੋਂ ਵੀ ਮਾਰ ਸਕਦੇ ਆ। ਸੋ ਇਹ ਰਿਸ਼ਤਾ ਜਿਹੜਾ ਆ ਇਹ ਵੀ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਤੇ ਜੇ ਰੱਬ ਦਾ ਰਿਸ਼ਤਾ ਜਿਹੜਾ ਬਣਾਇਆ ਉਹ ਹੀ ਖਤਮ ਹੁੰਦਾ ਜਾ ਰਿਹਾ, ਤੇ ਜਿਹੜਾ ਇਨਸਾਨ ਦਾ ਰਿਸ਼ਤਾ ਬਣਾਇਆ ਉਹ ਕਿੰਨਾ ਕੁ ਟਿਕਦਾ ਹੋਊਗਾ, ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਸੋ ਜਿਹੜੇ ਇਨਸਾਨ ਦੇ ਰਿਸ਼ਤੇ ਬਣਾਏ ਹੁੰਦੇ ਆ ਉਹ ਸਭ ਤੋਂ ਪਹਿਲਾਂ ਤਾਂ ਚਲੋ ਜਿਹੜਾ ਰੱਬ ਦਾ ਰਿਸ਼ਤਾ ਹੁੰਦਾ ਹੈ, ਮਾਂ ਦਾ ਰਿਸ਼ਤਾ ਹੁੰਦਾ ਹੈ, ਜਿਹੜਾ ਮਾਂ ਦੇ ਔਲਾਦ ਦਾ ਰਿਸ਼ਤਾ ਹੁੰਦਾ। ਉਹਦੇ ਬਾਅਦ 'ਚ ਇਨਸਾਨ ਜਿਹੜਾ ਆ ਜਦੋਂ ਵਿਆਹ ਕਰਵਾਉਂਦਾ ਤੇ ਹਸਬੈਂਡ ਵਾਈਫ ਦਾ, ਸੱਸ ਨੂੰਹ ਦਾ ਰਿਸ਼ਤਾ ਬਣਦਾ ਆ। ਸੋ ਉਹ ਰਿਸ਼ਤੇ ਜਿਹੜੇ ਇਨਸਾਨ ਦੇ ਬਣਾਏ ਹੋਏ ਆ। ਤੇ ਫਿਰ ਉਹਦੇ ਬਾਅਦ ਵਿੱਚ ਇੱਕ ਆਪਾਂ ਦੋਸਤ ਆਪਣਾ ਚੁਣਦੇ ਆ। ਬਿਲਕੁਲ, ਦੋਸਤੀ ਦਾ ਰਿਸ਼ਤਾ ਵੀ ਜਿਹੜਾ ਇਨਸਾਨ ਦਾ ਬਣਾਇਆ ਹੋਇਆ ਰਿਸ਼ਤਾ ਹੁੰਦਾ ਆ। ਹੋਰ ਵੀ ਬਹੁਤ ਸਾਰੇ ਰਿਸ਼ਤੇ ਆ ਜਿਹੜੇ ਇਨਸਾਨ ਦੇ ਬਣਾਏ ਹੁੰਦੇ ਆ। ਪਰ ਜੇ ਅਸੀਂ ਗੱਲ ਕਰੀਏ ਕਿ ਸਭ ਤੋਂ ਜਿਹੜਾ ਵੱਡਾ ਇਨਸਾਨ ਦਾ ਰਿਸ਼ਤਾ ਹੈ ਬਣਾਇਆ, ਉਹ ਹੁੰਦਾ ਆ ਕਿ ਜਦੋਂ ਇੱਕ ਲੜਕੀ ਆ ਤੇ ਇੱਕ ਲੜਕਾ ਜਦੋਂ ਆਪਸ ਵਿੱਚ ਵਿਆਹੇ ਜਾਂਦੇ ਆ ਤਾਂ ਉਹ ਰਿਸ਼ਤਾ ਜਿਹੜਾ ਆ ਬੜਾ ਪਵਿੱਤਰ ਮੰਨਿਆ ਜਾਂਦਾ ਆ। ਕਿ ਜਦੋਂ ਲਾਵਾਂ ਲੈ ਕੇ ਇੱਕ ਲੜਕੀ ਜਿਹੜੀ ਆ ਆਪਣਾ ਪਰਿਵਾਰ ਜਿਹੜਾ ਛੱਡ ਕੇ ਦੂਸਰੇ ਪਰਿਵਾਰ 'ਚ ਜਾਂਦੀ ਆ, ਵਿਆਹ ਕਰਵਾਉਂਦੀ ਆ, ਤਾਂ ਉਹ ਆਪਣੇ ਪਤੀ ਨੂੰ ਆਪਣਾ ਸਾਰਾ ਕੁਝ ਮੰਨ ਲੈਂਦੀ ਆ। ਉਹਦਾ ਜਿਹੜਾ ਪਰਿਵਾਰ ਆ ਉਹਦਾ ਸਾਰਾ ਕੁਝ, ਉਹਦੇ ਸੱਸ ਸਹੁਰਾ ਜਾਂ ਉਹਦੇ ਹਸਬੈਂਡ ਜਾਂ ਫਿਰ ਉਹਦੀ ਫੈਮਿਲੀ ਦੇ ਵਿੱਚ, ਜਿਹੜੇ ਹਸਬੈਂਡ ਦੀ ਫੈਮਿਲੀ ਦੇ ਵਿੱਚ ਮੈਂਬਰ ਹੁੰਦੇ ਉਹ ਹੋ ਜਾਂਦੇ ਆ। ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੀ ਪੁੱਛਦੀ ਆ ਤੇ ਆਪਣੇ ਮਾਂ-ਬਾਪ ਨੂੰ ਥੋੜਾ ਪਿੱਛੇ ਹੀ ਰੱਖਦੀ ਹੁੰਦੀ ਆ। ਪਰ ਭਾਵੇਂ ਦਿਲੋਂ ਉਹ ਬਹੁਤ ਕਰਦੀ ਆ ਆਪਣੇ ਮਾਂ-ਬਾਪ ਦਾ। ਇਹ ਨੋ ਡਾਊਟ ਕਿ ਜਿਹੜੀ ਆ ਇੱਕ ਲੜਕੀ ਆ ਉਹ ਕਦੇ ਵੀ ਆਪਣੇ ਮਾਂ-ਬਾਪ ਜਿਹੜਾ ਆ ਉਹਦਾ ਬੁਰਾ ਨਹੀਂ ਚਾਹ ਸਕਦੀ ਜਾਂ ਉਹਨੂੰ ਪਿੱਛੇ ਨਹੀਂ ਕਦੇ ਹਟਾ ਸਕਦੀ। ਬਟ ਜਦੋਂ ਵਿਆਹ ਹੋ ਜਾਂਦਾ ਹੈ ਤੇ ਇੱਕ ਲੜਕੀ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਬਣ ਜਾਂਦੀ ਆ, ਉਹ ਜ਼ਿੰਮੇਵਾਰੀ ਨਿਭਾਉਂਦੇ ਉਹ ਸਭ ਤੋਂ ਪਹਿਲ ਜਿਹੜੀ ਆ ਆਪਣੇ ਸਹੁਰੇ ਪਰਿਵਾਰ ਨੂੰ ਦਿੰਦੀ ਆ। ਤੇ ਉਹ ਰਿਸ਼ਤੇ ਜਿਹੜੇ ਆ ਉਹ ਵੀ ਅੱਜ ਕੱਲ੍ਹ ਇੰਨੇ ਜ਼ਿਆਦਾ ਕਹਿ ਲਓ ਕਿ ਖਰਾਬ ਹੁੰਦੇ ਜਾ ਰਹੇ ਆ, ਖਤਮ ਹੁੰਦੇ ਜਾ ਰਹੇ ਆ ਕਿ ਇਨਸਾਨ ਜਿਹੜਾ ਆ ਡਰਦਾ ਆ ਕੋਈ ਵੀ ਰਿਸ਼ਤਾ ਜੋੜਨ ਤੋਂ। ਖਾਸ ਤੌਰ ਤੇ ਇੱਕ ਲੜਕੀ ਲਈ ਜਿਹੜਾ ਇਹ ਰਿਸ਼ਤਾ ਬਹੁਤ ਅਹਿਮੀਅਤ ਰੱਖਦਾ ਜ਼ਿੰਦਗੀ ਦੇ ਵਿੱਚ, ਕਿਉਂਕਿ ਜਦੋਂ ਲੜਕੀ ਵਿਆਹ ਕੇ ਜਾਂਦੀ ਹੈ ਸਾਰਾ ਕੁਝ ਉਹਦਾ ਉਹੀ ਪਰਿਵਾਰ ਹੁੰਦਾ ਆ। ਜੇ ਉਹ ਪਰਿਵਾਰ ਉਹਨੂੰ ਖੁਸ਼ੀ ਰੱਖਦਾ ਹੈ ਤਾਂ ਉਹਦੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਲੰਘਦੀ ਆ। ਪਰ ਜਦੋਂ ਉਹੀ ਜਿਹੜੇ ਰਿਸ਼ਤੇ ਆ ਉਹਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ ਜਾਂ ਉਹਨੂੰ ਕੁੱਟ ਕੇ ਜੀਣ ਲਈ ਮਜਬੂਰ ਕਰ ਦਿੰਦੇ, ਤਾਂ ਉਹ ਜਿਹੜੀ ਲੜਕੀ ਆ ਉਹਦੇ ਲਈ ਉਹ ਜ਼ਿੰਦਗੀ ਕੱਟਣੀ ਬੜੀ ਔਖੀ ਹੁੰਦੀ ਆ। ਔਰ ਵਿਆਹ ਵੀ ਕੋਈ ਇਹ ਨਹੀਂ ਹੈਗਾ ਸੁਣਿਆ ਨਾ ਕਿ ਸਾਲ ਲਈ ਹੁੰਦਾ, 2 ਸਾਲ ਲਈ ਹੁੰਦਾ। ਸਾਰੀ ਉਮਰ ਦੇ ਲਈ ਜਿਹੜਾ ਹੈ ਲੜਕੀ ਨੂੰ ਉੱਥੇ ਰਹਿਣਾ ਪੈਂਦਾ ਹੈ ਆਪਣੇ ਸਹੁਰੇ। ਜਦੋਂ ਕੁੱਟਮਾਰ ਹੁੰਦੀ ਹੈ ਲੜਕੀ ਦੇ ਨਾਲ, ਫਿਰ ਮਾਪਿਆਂ ਦੇ ਭਾਵੇਂ ਮਾਪੇ ਕਹਿ ਦਿੰਦੇ ਆ ਕਿ ਸਾਡੇ ਅਸੀਂ ਕੁੜੀ ਰੱਖ ਲੈਣੀ ਆ, ਪਰ ਕਿਵੇਂ ਰੱਖਦੇ ਆ ਇਹ ਕਿਸੇ ਤੋਂ ਛੁਪਿਆ ਨਹੀਂ ਹੋਇਆ ਹੈਗਾ ਕਿ ਮਾਂ-ਬਾਪ ਜਿਹੜਾ ਆ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਆਪਣੀ ਧੀ ਨੂੰ ਆਪਣੇ ਕੋਲ ਰੱਖਦੇ ਆ ਵਿਆਹ ਤੋਂ ਬਾਅਦ ਵੀ। ਤੇ ਜੇ ਗੱਲ ਕਰੀਏ ਕਿ ਸੱਸ ਤੇ ਨੂੰਹ ਦੇ ਰਿਸ਼ਤੇ ਦੀ, ਤਾਂ ਉੱਦਾਂ ਕਹਿ ਦਿੰਦੇ ਆ ਕਿ ਜਿਹੜੀ ਸੱਸ ਆ ਉਹ ਮਾਂ ਦੇ ਬਰਾਬਰ ਹੁੰਦੀ ਆ ਤੇ ਨੂੰਹ ਜਿਹੜੀ ਆ ਉਹ ਧੀ ਦੇ ਬਰਾਬਰ ਹੁੰਦੀ ਆ। ਬਟ ਜੇ ਸਾਡੇ ਸਮਾਜ ਦੀ ਗੱਲ ਕਰੀਏ ਤਾਂ ਇਹ ਰਿਸ਼ਤਾ ਜਿਹੜਾ ਆ ਇਹ ਕਦੇ ਵੀ
ਮਾਂ ਸੱਸ ਜਿਹੜੀ ਆ ਮਾਂ ਨਹੀਂ ਬਣਦੀ, ਨੌ ਕਦੇ ਧੀ ਨਹੀਂ ਬਣਦੀ ਹੈਗੀ। ਬਿਲਕੁਲ। ਜੇ ਮਾਂ ਜਿਹੜੀ ਸੱਸ ਆ ਮਾਂ ਬਣਦੀ ਆ ਤਾਂ ਉਹਨੂੰ ਅੱਗੇ ਜਿਹੜੀ ਆ ਨੌ ਆ ਉਹ ਧੀ ਨਹੀਂ ਬਣਦੀ ਹੈਗੀ। ਔਰ ਜੇ ਧੀ ਜਿਹੜੀ ਨੌ ਆ ਧੀ ਬਣ ਕੇ ਜਾਂਦੀ ਆ, ਧੀ ਬਣ ਕੇ ਰਹਿੰਦੀ ਆ, ਤਾਂ ਸੱਸ ਜਿਹੜੀ ਉਹਨੂੰ ਆਪਣੀ ਧੀ ਨਹੀਂ ਮੰਨਦੀ ਹੈਗੀ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹਨਾਂ ਰਿਸ਼ਤਿਆਂ ਕਰਕੇ, ਇਹਨਾਂ ਸੋਚਾਂ ਕਰਕੇ ਜਿਹੜਾ ਰਿਸ਼ਤਾ ਹੈ ਫਿਰ ਹੌਲੀ ਹੌਲੀ ਖਰਾਬ ਹੁੰਦਾ ਜਾਂਦਾ ਆ। ਤੇ ਆਏ ਦਿਨ ਅਸੀਂ ਹੁਣ ਸੁਣਿਆ ਨਿਊਜ਼ ਵੀ ਦੇਖ ਸੀਗੀ ਕਿ ਜਿਹੜੀ ਇੱਕ ਨੌ ਆ ਉਹਨੇ ਆਪਣੀ ਸੱਸ ਆ ਤਰਨ ਦੀ ਨਿਊਜ਼ ਸੀ ਬਈ ਜਿਹੜੀ ਨੌ ਆ ਉਹਨੇ ਆਪਣੀ ਸੱਸ ਦੀ ਕੁੱਟਮਾਰ ਇੰਨੀ ਕੀਤੀ ਕਿ ਉਹਦੀ ਲੱਤ ਤੋੜ ਦਿੱਤੀ। ਸੋ ਕਿੰਨਾ ਨਿਰਦਈ ਜਿਹੜਾ ਇਨਸਾਨ ਜਿਹੜਾ ਬਣਦਾ ਜਾ ਰਿਹਾ ਆ, ਹੈਵਾਨ ਬਣਦਾ ਜਾ ਰਿਹਾ, ਇਨਸਾਨ ਨਹੀਂ ਰਿਹਾ। ਕਹਿੰਦੇ ਆ ਕਿ ਇਨਸਾਨ ਜਿਹੜਾ ਆ, ਇਨਸਾਨ ਨੂੰ ਆਪਾਂ ਬੋਲ ਦਿੰਦੇ ਇਨਸਾਨ, ਪਰ ਰੱਬ ਨੇ ਜਦੋਂ ਇਨਸਾਨ ਬਣਾਇਆ ਸੀ ਉਹਨੇ ਇਨਸਾਨੀਅਤ ਜਿਹੜੀ ਸੀ ਉਹਦੇ ਵਿੱਚ ਪੈਦਾ ਕੀਤੀ ਸੀ। ਪਰ ਜਦੋਂ ਇਨਸਾਨੀਅਤ ਖਤਮ ਹੋ ਗਈ ਤਾਂ ਹੁਣ ਇਨਸਾਨ ਜਿਹੜਾ ਉਹਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ, ਉਹ ਹੁਣ ਹੈਵਾਨ ਬਣਦਾ ਜਾ ਰਿਹਾ ਹੈ। ਕੀ ਇਹਦੇ ਪਿੱਛੇ ਰੀਜ਼ਨ ਕੀ ਆ, ਕੁਝ ਨਹੀਂ ਸਮਝ ਲੱਗਦੀ। ਜੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਨਸ਼ੇ ਕਰਦੇ ਆ, ਨਸ਼ਿਆਂ ਦੇ ਕਰਕੇ ਉਹਨਾਂ ਦਾ ਜਿਹੜਾ ਖੂਨ ਆ ਉਹ ਇੰਨਾ ਜ਼ਿਆਦਾ ਗਰਮ ਆ ਕਿ ਉਹ ਸੋਚਦੇ ਨਹੀਂ ਮਾਂ-ਬਾਪ ਕਿਹੜੇ ਆ, ਕੁੱਟਣਾ ਸ਼ੁਰੂ ਕਰ ਦਿੰਦੇ ਜੇ ਨਸ਼ਾ ਨਹੀਂ ਮਿਲਦਾ। ਤਾਂ ਜੇ ਉਹੀ ਗੱਲ ਲੜਕੀਆਂ ਦੀ ਕਰੀਏ ਤਾਂ ਲੜਕੀਆਂ ਵੀ ਨਸ਼ਿਆਂ ਦੇ ਵਿੱਚ ਪੈਂਦੀਆਂ ਜਾ ਰਹੀਆਂ ਆ, ਜਾਂ ਨਸ਼ੇ ਨਹੀਂ ਤਾਂ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜਿਹਦੇ ਕਰਕੇ ਜਿਹੜੀਆਂ ਲੜਕੀਆਂ ਆ ਉਹ ਇਨਸਾਨੀਅਤ ਭੁੱਲਦੀਆਂ ਜਾ ਰਹੀਆਂ ਆ। ਹੁਣ ਜਿਵੇਂ ਕਿ ਉਹਨਾਂ ਨੇ ਆਪਣੀ ਜਿਹੜੀ ਨੌ ਸੀ ਉਹਨੇ ਆਪਣੀ ਸੱਸ ਦੀਆਂ ਲੱਤਾਂ ਤੋੜ ਦਿੱਤੀਆਂ, ਕਿ ਉਹ ਆਪਣੀ ਮਾਂ ਨਾਲ ਇਦਾਂ ਕਰ ਸਕਦੀ ਸੀ? ਜਾਂ ਫਿਰ ਜੇ ਉਹਦੀ ਮਾਂ ਨਾਲ ਉਹਦੀ ਭਾਬੀ ਇਦਾਂ ਕਰਦੇ ਤਾਂ ਫਿਰ ਕੀ ਉਹ ਬਰਦਾਸ਼ਤ ਕਰ ਪਾਊਗੀ? ਮਤਲਬ ਆਪਣੀ ਮਾਂ ਆ, ਪਰ ਜੋ ਦੂਸਰੇ ਦੀ ਮਾਂ ਆ ਉਹ ਦੂਸਰੇ ਦੀ ਮਾਂ ਆ, ਆਪਣੀ ਕਦੇ ਨਹੀਂ ਬਣ ਸਕਦੀ। ਸੱਸ ਹੀ ਰਹਿੰਦੀ ਆ। ਉਹੀ ਸੋਚ ਜਿਹੜੀ ਆ ਇਹ ਲੜਕੀ ਦੀ ਵੀ ਗਲਤੀ ਹੈ ਇੱਥੇ ਕਿ ਲੜਕੀ ਜਿਹੜੀ ਆ ਉਹ ਕਿਉਂ ਨਹੀਂ ਆਪਣੀ ਸੱਸ ਨੂੰ ਮਾਂ ਮੰਨਦੀ। ਜੇ ਇਹਦੇ ਵਿੱਚ ਅਸੀਂ ਇੱਕ ਤਰਫਾ ਵੀ ਨਹੀਂ ਕਹਿੰਦੇ, ਉੱਥੇ ਹੀ ਜਿਹੜੀ ਸੱਸ ਆ ਜਿਹੜੀਆਂ ਮਾਵਾਂ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਧੀ ਕਿਸੇ ਕੋਈ ਛੱਡ ਕੇ ਆਉਂਦੀ ਆਪਣਾ ਪਰਿਵਾਰ ਤਾਂ ਅਸੀਂ ਉਹਦਾ ਪਰਿਵਾਰ ਆ ਤੇ ਅਸੀਂ ਉਹਨੂੰ ਹੁਣ ਜਿਹੜਾ ਆ ਆਪਣੀ ਧੀ ਦੀ ਤਰ੍ਹਾਂ ਪਾਲਣਾ ਆ। ਧੀ ਨੂੰ ਜੇ ਤੁਸੀਂ ਖੁੱਲ੍ਹ ਦਿੰਦੇ ਆ ਤਾਂ ਨੂੰਹ ਨੂੰ ਕਿਉਂ ਨਹੀਂ ਦਿੰਦੇ ਹੈਗੇ? ਐਨ ਟੋਨ ਨਾਲ ਕਹਿੰਦੀ ਹੈ ਕਿ ਮੈਂ ਆ ਕੰਮ ਨਹੀਂ ਕਰਨਾ, ਮੈਂ ਬਿਮਾਰ ਆ ਜਾਂ ਮੈਂ ਠੀਕ ਨਹੀਂ ਹੈਗੀ, ਮੇਰੇ ਤੋਂ ਨਹੀਂ ਆ ਕੰਮ ਹੋਣਾ। ਜੇ ਇਹੀ ਚੀਜ਼ ਨੋ ਕਹਿ ਦੇਵੇ ਤਾਂ ਚਾਰ ਘਰਾਂ 'ਚ ਜਾ ਕੇ ਸੱਸ ਬੋਲਦੀ ਆ ਕਿ ਏਦਾਂ ਜਿਹੜੀ ਆ ਸਾਡੀ ਨੋਹ ਤਾਂ ਨਖਰੇ ਬਹੁਤ ਸਾਡੀ ਨੋਹ ਦੇ, ਪਰ ਆਪਣੀ ਧੀ ਨੂੰ ਕੋਈ ਨਹੀਂ ਕੁਝ ਕਹਿੰਦਾ। ਸੋ ਇਹ ਰਿਸ਼ਤੇ ਜਿਹੜੇ ਆ ਇਹ ਇਨਸਾਨ ਦੇ ਬਣਾਏ ਹੋਏ ਆ ਤੇ ਇਨਸਾਨ ਇਹਦੇ ਵਿੱਚ ਉਲਝਦਾ ਜਾ ਰਿਹਾ ਆ। ਬਿਲਕੁਲ ਹਰ ਰਿਸ਼ਤੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਦਿਨ ਬ ਦਿਨ ਜਿਹੜੇ ਕਿ ਫਿੱਕੇ ਹੁੰਦੇ ਜਾ ਰਹੇ ਆ। ਪਹਿਲੇ ਸਮੇਂ ਦੇ ਵਿੱਚ ਹੁੰਦਾ ਸੀਗਾ ਕਿ ਜਦੋਂ ਨੌ ਦੀ ਕੋਈ ਵੀ ਅਣਬਣ ਹੋਣੀ ਸੱਸ ਦੇ ਨਾਲ ਆਪਣੇ ਢਿੱਡ 'ਚ ਰੱਖ ਲੈਂਦੀ ਸੀਗੀ ਜਿਹੜੀ ਨੌ ਗੱਲ ਕਿ ਗਾਂ ਅੱਗੇ ਸਮਾਂ ਜਿਹੜਾ ਆਉਣ ਵਾਲਾ ਚੰਗਾ ਹੋ ਜਾਏਗਾ। ਅਗਰ ਅੱਜ ਦੇ ਸਮੇਂ ਦੇ ਵਿੱਚ ਮਾੜੀ ਤੂੰ ਤੈ ਤੜੈਕ ਹੁੰਦੀ ਵੀ ਆ ਸੱਸ ਸਹੁਰੇ ਦੇ ਨਾਲ, ਝਾਟੀ ਜਿਹੜੀ ਨੂੰਹ ਆਪਣੇ ਮਾਪਿਆਂ ਨੂੰ ਸ਼ਿਕਾਇਤ ਕਰਦੇ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਆ। ਤੇ ਉੱਤੋਂ ਹੈਰਾਨੀ ਵਾਲੀ ਗੱਲ ਕਿ ਪੇਰੈਂਟਸ ਵੀ ਜਿਹੜਾ ਕਿ ਕੁੜੀ ਨੂੰ ਗਲਤ ਐਡਵਾਈਸ ਦਿੰਦੇ ਆ ਕਿ ਆਪਣੇ ਜਿਹੜੇ ਮਾਪਿਆਂ ਦੇ ਨਾਲ ਅੱਡ ਹੋ ਜਾ, ਆਪਣੇ ਹਸਬੈਂਡ ਲੈ ਕੇ ਉਹਨਾਂ ਦੇ ਮਾਪੇ ਉਹਨਾਂ ਨਾਲ ਅੱਡ ਕਰਦੇ। ਤੇ ਇਹ ਕਿਤੇ ਨਾ ਕਿਤੇ ਜਿਹੜੇ ਰਿਸ਼ਤੇ ਆ ਦਿਨ ਬ ਦਿਨ ਇਨਸਾਨੀਅਤ ਲੋਕਾਂ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ। ਸੋ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਹਰ ਘਰ ਦੇ ਵਿੱਚ ਇਨਸਾਨ ਪੈਦਾ ਹੋਣ ਦੇ ਨਾਲ ਨਹੀਂ ਗੱਲ ਬਣਨੀ, ਤੇ ਸਗੋਂ ਜਿਹੜੀ ਕਿ ਇਨਸਾਨੀਅਤ ਹਰ ਘਰ ਦੇ ਵਿੱਚ ਪੈਦਾ ਹੋਣੀ ਚਾਹੀਦੀ ਆ। ਬਿਲਕੁਲ। ਔਰ ਜਿਹੜੇ ਹਸਬੈਂਡ ਹਸਬੈਂਡ ਵੀ ਅੱਜ ਕੱਲ੍ਹ ਲੜਕਿਆਂ ਵਿੱਚ ਸਬਰ ਹੀ ਕਹਿ ਲਓ ਕਿ ਖਤਮ ਹੋ ਚੁੱਕਾ ਆ। ਪਤਾ ਆ ਕਿ ਜਦੋਂ ਵਿਆਹ ਤੋਂ ਪਹਿਲਾਂ ਜਿਹੜਾ ਹੁੰਦਾ ਲੜਕਾ ਉਹਦੀ ਜ਼ਿੰਦਗੀ ਕੁਝ ਹੋਰ ਹੁੰਦੀ ਆ, ਉਹਦੇ ਤੇ ਸਿਰਫ ਜ਼ਿੰਮੇਵਾਰੀ ਹੁੰਦੀ ਹੈ ਤੇ ਸਿਰਫ ਆਪਣੇ ਪਰਿਵਾਰ ਦੀ ਹੁੰਦੀ ਆ। ਪਰ ਜਦੋਂ ਉਹਦਾ ਵਿਆਹ ਹੁੰਦਾ ਆ ਫਿਰ ਜ਼ਿੰਮੇਵਾਰੀ ਉਹਦੀ ਵਾਈਫ ਦੀ ਵੀ ਬਣਦੀ ਆ। ਉਹਦੀ ਜ਼ਿੰਮੇਵਾਰੀ ਵਾਈਫ ਜਿਹੜੀ ਬਣ ਜਾਂਦੀ ਆ ਉਹਦੇ ਪਰਿਵਾਰ ਦੇ ਨਾਲ ਫਿਰ ਉਹਦੇ ਬਾਅਦ ਵਿੱਚ ਵਾਈਫ ਦਾ ਪਰਿਵਾਰ ਵੀ ਉਹਦੀ ਜ਼ਿੰਮੇਵਾਰੀ ਬਣਦਾ। ਇਹ ਨਹੀਂ ਆ ਕਿ ਉਹ ਸੱਸ ਸਹੁਰਾ ਆ ਤੇ ਉਹ ਤੁਹਾਡੀ ਵਾਈਫ ਦੇ ਜਿਹੜਾ ਮੰਮੀ ਡੈਡੀ ਆ ਜਾਂ ਫਾਦਰ ਮਦਰ ਆ ਵੀ ਸਾਡੇ ਨਹੀਂ ਹੈਗੇ। ਇਹ ਗਲਤ ਆ ਕਿਉਂਕਿ ਜੇ ਲੜਕੀ ਮੰਨ ਕੇ ਸਾਰਾ ਕੁਝ ਆਉਂਦੀ ਆ ਪਰਿਵਾਰ ਨੂੰ ਲੜਕੇ ਦੇ ਨੂੰ ਤਾਂ ਲੜਕੇ ਨੂੰ ਵੀ ਜਿਹੜੇ ਲੜਕੀ ਦੇ ਪਰਿਵਾਰ ਨੂੰ ਸਾਰਾ ਕੁਝ ਬਣਨਾ ਚਾਹੀਦਾ ਆ। ਅਗਰ ਜ਼ਿੰਮੇਵਾਰੀ ਉਹਦੇ ਸਿਰ ਤੇ ਪਈ ਆ ਕੁੜੀ ਦੇ ਸਿਰ ਤੇ ਤਾਂ ਮੁੰਡੇ ਦੇ ਸਿਰ ਤੇ ਵੀ ਬਰਾਬਰ ਹੀ ਪਈ ਹੁੰਦੀ ਆ। ਸੋ ਲੜਕੇ ਨੂੰ ਵੀ ਉਹ ਜ਼ਿੰਮੇਵਾਰੀ ਉਹਦੇ ਪਰਿਵਾਰ ਦੀ ਚੁੱਕਣੀ ਚਾਹੀਦੀ ਹੈ। ਜੇ ਉਹਦੇ ਵਿੱਚ ਕੋਈ ਤਕਲੀਫ ਹੁੰਦੀ ਉਹਦੇ ਪਰਿਵਾਰ ਨੂੰ ਤਾਂ ਸਭ ਤੋਂ ਪਹਿਲਾਂ ਲੜਕੇ ਨੂੰ ਜਾਣਾ ਚਾਹੀਦਾ। ਲੜਕੀ ਤੋਂ ਪਹਿਲਾਂ ਵੀ ਲੜਕੇ ਨੂੰ ਅੱਗੇ ਹੋਣਾ ਚਾਹੀਦਾ ਕਿ ਮੇਰੇ ਮੰਮੀ ਡੈਡੀ ਆ, ਉਹ ਸੱਸ ਸਹੁਰਾ ਨਹੀਂ, ਮੇਰੇ ਮੰਮੀ ਡੈਡੀ ਆ। ਜੇ ਮੈਂ ਉਹਨਾਂ ਨੂੰ ਮੰਮੀ ਡੈਡੀ ਜੇ ਮੈਂ ਵਿਆਹ ਕਰਾਇਆ ਆ ਤਾਂ ਮੈਂ ਜ਼ਿੰਮੇਵਾਰੀ ਆਪਣੀ ਵੋਟੀ ਦੇ ਨਾਲ ਉਹਨਾਂ ਦੀ ਵੀ ਚੱਕੀ ਹੈ ਜ਼ਿੰਮੇਵਾਰੀ। ਸੋ ਜਦੋਂ ਜੇ ਗੱਲ ਕਰੀਏ ਆਪਣੇ ਪੇਰੈਂਟਸ ਦੀ ਤਾਂ ਲੜਕੇ ਵੀ ਕਈ ਵਾਰ ਇਦਾਂ ਹੁੰਦੇ ਆ ਕਿ ਆਪਣੇ ਪੇਰੈਂਟਸ ਦੀ ਮਦਦ ਕਰ ਦਿੰਦੇ ਆ ਜੇ ਉਹਨਾਂ ਨੂੰ ਇਲਾਜ ਦੀ ਲੋੜ ਆ ਜਾਂ ਉਹਨਾਂ ਨੂੰ ਪੈਸੇ ਦੀ ਲੋੜ ਆ। ਪਰ ਜੇ ਗੱਲ ਆ ਜਾਵੇ ਕੁੜੀ ਦੇ ਮੰਮੀ ਡੈਡੀ ਦੀ ਤਾਂ ਫਿਰ ਕਹਿੰਦੇ ਆ ਹਾਂਜੀ ਤੇਰੇ ਪੇਰੈਂਟਸ ਆ ਵੀ ਸਾਡਾ ਨਹੀਂ ਹੈਗਾ, ਵੀ ਆਪਣੇ ਪੇਰੈਂਟਸ ਦੀ ਆਪ ਸੋਚ। ਇਹ ਗੱਲਾਂ ਜਿਹੜੀਆਂ ਆ ਇਹ ਸਾਹਮਣੇ ਇਸੇ ਲਈ ਆਉਂਦੀਆਂ ਹੈ ਕਿਉਂਕਿ ਇਨਸਾਨ ਦਾ ਜਿਹੜਾ ਸਬਰ ਜੋ ਖਤਮ ਹੁੰਦਾ ਜਾ ਰਿਹਾ, ਉਹਦੀ ਸੋਚ ਜਿਹੜੀ ਆ ਉਹ ਛੋਟੀ ਹੁੰਦੀ ਜਾ ਰਹੀ ਆ।
ਜੇ ਅਸੀਂ ਆਪਣੀ ਸੋਚ ਵੱਡੀ ਕਰਾਂਗੇ ਤਾਂ ਹੀ ਜਿਹੜੀ ਆ ਇਨਸਾਨੀਅਤ ਬਚੇਗੀ। ਜੇ ਅਸੀਂ ਆਪਣੀ ਸੋਚ ਹੀ ਖਤਮ ਕਰ ਦੇਵਾਂਗੇ ਇਨਸਾਨੀਅਤ ਕਿਵੇਂ ਬਚੇਗੀ? ਫਿਰ ਜੇ ਅਸੀਂ ਗੱਲ ਕਰੀਏ ਉਹਦੇ ਹਸਬੈਂਡ ਦੇ, ਜੇ ਅਸੀਂ ਗੱਲ ਕਰੀਏ ਉਹਨਾਂ ਦੀ ਜ਼ਿੰਮੇਵਾਰੀਆਂ ਦੀਆਂ, ਹਸਬੈਂਡ ਦੀ ਲਾਈਫ ਦੀ, ਤਾਂ ਲਾਈਫ ਜਿਹੜੀ ਆ ਹਸਬੈਂਡ ਦੀ ਸੌਖੀ ਨਹੀਂ ਹੁੰਦੀ। ਕਹਿ ਦਿੰਦੇ ਆ ਕਿ ਲੜਕੀ ਦੀ ਜ਼ਿੰਦਗੀ ਔਖੀ ਆ, ਉਹ ਦੂਸਰੇ ਦੇ ਘਰ ਵਿਆਹ ਕੇ ਜਾਂਦੀ ਆ, ਪਰ ਮੈਂ ਕਹਿੰਦੀ ਆ ਕਿ ਜਿਹੜਾ ਲੜਕਾ ਆ ਉਹਦੀ ਜ਼ਿੰਦਗੀ ਜ਼ਿਆਦਾ ਔਖੀ ਹੋ ਜਾਂਦੀ ਵਿਆਹ ਤੋਂ ਬਾਅਦ, ਕਿਉਂਕਿ ਦੋ ਪਾਸੇ ਵੱਟ ਜਾਂਦਾ ਆ। ਇੱਕ ਆਪਣੇ ਪੇਰੈਂਟਸ ਵੀ ਉਹਨੂੰ ਰੱਖਣੇ ਹੁੰਦੇ ਆ ਤੇ ਇੱਕ ਆਪਣੀ ਵਾਈਫ ਵੀ ਰੱਖਣੀ ਪੈਂਦੀ ਆ। ਇਹ ਨਹੀਂ ਹੈ ਕਿ ਆਪਣੀ ਵਾਈਫ ਨੂੰ ਛੱਡ ਸਕਦਾ ਆ। ਕਈ ਵਾਰ ਇਦਾਂ ਹੁੰਦਾ ਆ ਕਿ ਕਈ ਲੜਕੇ ਜਿਹੜੇ ਆ ਨਾ ਸਮਝੀ ਦਿਖਾਉਂਦੇ ਆ ਕਿ ਜਦੋਂ ਮਾੜੀ ਮੋਟੀ ਘਰ 'ਚ ਲੜਾਈ ਹੁੰਦੀ ਉਹ ਸੁਲਝਾਉਂਦੇ ਨਹੀਂ, ਉਹ ਇਹ ਕਹਿ ਦਿੰਦੇ ਆ ਕਿ ਜਾਂ ਤਾਂ ਆਪਣੇ ਪੇਰੈਂਟਸ ਦੇ ਮਗਰ ਲੱਗ ਜਾਂਦੇ ਆ ਤੇ ਆਪਣੀ ਵਾਈਫ ਨੂੰ ਛੱਡ ਆਉਂਦੇ ਆ, ਤੇ ਜੇ ਕਿਤੇ ਉਹ ਆਪਣੀ ਵਾਈਫ ਦੇ ਮਗਰ ਲੱਗ ਜਾਂਦੇ ਤਾਂ ਆਪਣੇ ਪੇਰੈਂਟਸ ਛੱਡ ਦਿੰਦੇ ਆ। ਸੋ ਉਹ ਚੀਜ਼ਾਂ ਜਿਹੜੀਆਂ ਗਲਤ ਆ, ਕਿਉਂਕਿ ਦੋਨਾਂ ਨੂੰ ਨਾਲ ਲੈ ਕੇ ਚੱਲਣਾ ਇੱਕ ਲੜਕੇ ਤੇ ਡਿਪੈਂਡ ਕਰਦਾ ਹੈ ਸਾਰਾ ਕੁਝ। ਕਰਦੇ ਚਾਹੇ ਉਹ ਘਰ ਚ ਤਾਂ ਨਾਲ ਉਹਨੂੰ ਰਿਸ਼ਤੇ ਵੀ ਨਾਲ ਚਲਾਉਣੇ ਪੈਣੇ ਆ। ਇਹ ਨਹੀਂ ਹੈ ਕਿ ਆਪਣੇ ਮਾਪੇ ਨੂੰ ਪਿੱਛੇ ਛੱਡ ਦੇਣਾ ਜਾਂ ਫਿਰ ਆਪਣੀ ਵਾਈਫ ਨੂੰ ਪਿੱਛੇ ਛੱਡ ਦੇਣਾ, ਕਿਉਂਕਿ ਲੜਕੀ ਨੇ ਆਪਣੇ ਪੇਰੈਂਟਸ ਛੱਡ ਕੇ ਤੁਹਾਡੇ ਕੋਲ ਆਈ ਹੁੰਦੀ ਆ। ਸੋ ਲੜਕਾ ਜਿਹੜਾ ਆ ਉਹਨੂੰ ਵੀ ਨਾਲ ਰੱਖਣਾ ਪੈਂਦਾ ਆ। ਤੇ ਅਸੀਂ ਹੁਣ ਪਿੱਛੇ ਜੇ ਤਾਂ ਕਿੰਨੀਆਂ ਨਿਊਜ਼ ਸੁਣੀਆਂ ਆ, ਵਿਆਹ ਤੋਂ ਬਾਅਦ ਲੜਕੇ ਜਿਹੜੇ ਆ ਉਹ ਛੱਡ ਦਿੰਦੇ ਆ ਆਪਣੇ ਮਾਪਿਆਂ ਨੂੰ। ਹੁਣ ਕਿ ਜੇ ਮੈਂ ਨਿਊਜ਼ ਸੁਣੀ ਸੀਗੀ ਤੇਲੰਗਾਨਾ ਤੋਂ ਆਈ ਸੀਗੀ, ਉੱਥੇ ਜਿਹੜੇ ਲੜਕੇ ਆ ਉਹਨਾਂ ਨੇ ਕੀਤਾ, ਉਹਦੀ ਮੰਮਾ ਜਿਹੜੀ ਮਾਂ ਸੀ ਉਹਦੀ 82 ਸਾਲਾ ਬਜ਼ੁਰਗ ਮਾਂ ਸੀ ਤੇ ਉਹ ਚੱਲ ਵੀ ਨਹੀਂ ਪਾ ਰਹੀ ਸੀ ਚੱਜ ਨਾਲ, ਸਹਾਰੇ ਤੋਂ ਬਿਨਾਂ ਤੋਂ ਚੱਲਿਆ ਨਹੀਂ ਜਾ ਰਿਹਾ ਸੀਗਾ। ਤੇ ਪਰ ਜਿਹੜੇ ਉਹਦੇ ਲੜਕੇ ਸੀ 4, ਉਹਨਾਂ ਲੜਕਿਆਂ ਨੇ ਕੀ ਕੀਤਾ, ਉਹਨੂੰ ਖੇਤਾਂ ਛੱਡਤਾ ਇਸ ਡਰ ਤੋਂ ਕਿਤੇ ਕਰੋਨਾ ਸਾਨੂੰ ਨਾ ਹੋ ਜਾਵੇ। ਉਹਦੀ ਮੰਮੀ ਨੂੰ, ਉਹਨਾਂ ਦੀ ਮਾਂ ਨੂੰ ਜਿਹੜੀ ਸੀ ਕਰੋਨਾ ਹੋਇਆ ਸੀਗਾ, ਇਸ ਚੀਜ਼ ਤੋਂ ਡਰਦੇ ਉਹਨਾਂ ਨੇ ਖੇਤ ਵਿੱਚ ਛੱਡ ਦਿੱਤਾ ਖੂਹ ਦੇ ਕੋਲ। ਤੇ ਉਹ ਇੰਨੀ ਗਰਮੀ 'ਚ ਉੱਥੇ ਬੈਠੀ ਰਹੀ। ਕਿਸੇ ਨੇ ਪਤਾ ਕੀਤਾ ਤਾਂ ਫਿਰ ਥੋੜਾ ਬਹੁਤਾ ਉਹਨੇ ਲੇਡੀ ਨੇ ਦੱਸਿਆ ਤਾਂ ਉਹਦੀ ਧੀ ਸੀ ਇੱਕ, ਫਿਰ ਉਹਦੀ ਧੀ ਆਈ, ਉਹਦੀ ਧੀ ਲੈ ਕੇ ਗਈ ਆਪਣੇ ਨਾਲ। ਜਿਹੜੀਆਂ ਆ ਭਾਵੇਂ ਆਪਾਂ ਜਿਹੜਾ ਇਨਸਾਨ ਆ ਪਹਿਲਾਂ ਹੁੰਦਾ ਸੀ ਕਿ ਲੜਕੇ ਹੋਣ ਘਰ 'ਚ, ਕਹਿੰਦੇ ਸੀ 8 ਪੁੱਤ ਜਿਨ੍ਹਾਂ ਦੇ ਹੁੰਦੇ ਸੀਗੇ ਉਹ ਮਾਂ ਨੂੰ ਰਾਣੀ ਕਿਹਾ ਜਾਂਦਾ ਸੀਗਾ। ਪੁਰਾਣੇ ਸਮੇਂ ਦੀ ਗੱਲਾਂ ਆ ਕਿ 8 ਪੁੱਤਾਂ ਦੀ ਮਾਂ ਨੂੰ ਰਾਣੀ ਕਿਹਾ ਜਾਂਦਾ ਸੀਗਾ। ਪਰ ਅੱਜ ਕੱਲ ਆ ਇੱਕ ਪੁੱਤ ਹੋ ਜਵੇ ਉਹ ਵੀ ਨਹੀਂ ਪੁੱਛਦਾ, 8 ਤਾਂ ਦੂਰ ਦੀ ਗੱਲ ਆ। ਸੋ ਉਹ ਚੀਜ਼ਾਂ ਜਿਹੜੀਆਂ ਆ ਹੌਲੀ ਹੌਲੀ ਬਦਲਦੀਆਂ ਜਾ ਰਹੀਆਂ, ਬਟ ਇਨਸਾਨ ਜਿਹੜਾ ਉਹ ਇਹੀ ਸੋਚਦਾ ਆ ਕਿ ਘਰ ਨੂੰ ਚਲਾਉਣ ਵਾਲਾ ਪੁੱਤ ਆ ਤਾਂ ਅਸੀਂ ਪੁੱਤੇ ਹੀ ਕਰਨਾ ਆ ਪੈਦਾ, ਤੇ ਪੁੱਤ ਹੋ ਜਵੇ ਸਾਡਾ ਸਹਾਰਾ ਬਣੂਗਾ। ਬਟ ਅੱਗੇ ਜਾ ਕੇ ਪੁੱਤ ਕਿੱਥੇ ਸਹਾਰਾ ਬਣਦੇ ਆ? ਕੋਈ ਹੁੰਦਾ 100 ਵਿੱਚੋਂ 10-20 ਜਿਹੜੇ ਕਿ ਮਾਂ-ਬਾਪ ਨੂੰ ਪੁੱਛਦੇ। ਵਿਆਹ ਤੋਂ ਬਾਅਦ ਸਾਰੇ ਪੁੱਤ ਜਿਹੜੇ ਆ ਫਿਰ ਬਦਲ ਜਾਂਦੇ ਆ ਤੇ ਫਿਰ ਪਛਤਾਉਂਦੇ ਆ ਕਿ ਇਹਦੇ ਨਾਲ ਤਾਂ ਕੁੜੀ ਹੋ ਜਾਂਦੀ। ਜਦੋਂ ਕੁੜੀ ਹੁੰਦੀ ਆ ਉਦੋਂ ਮਾਪੇ ਫਿਰ ਰੋਂਦੇ ਆ ਵੀ ਸਾਡੇ ਘਰ ਹੁਣ ਜਿਹੜੀ ਆ ਖੰਡ ਦੀ ਥਾਲੀ ਕਹਿੰਦੇ ਸੀਗੇ ਉਦੋਂ ਕਿ ਸਾਡੇ ਘਰ ਖੰਡ ਦੀ ਥਾਲੀ ਆ ਗਈ ਆ, ਤੇ ਜੇ ਮੁੰਡਾ ਹੁੰਦਾ ਲੱਡੂਆਂ ਦਾ ਥਾਲ ਆ ਗਿਆ। ਸੋ ਉਹ ਚੀਜ਼ ਦਾ ਪਹਿਲਾਂ ਤੋਂ ਹੀ ਜਿਹੜਾ ਫਰਕ ਹੈ ਕੁੜੀ ਤੇ ਮੁੰਡੇ 'ਚ ਇਹਨਾਂ ਨੇ ਲੋਕਾਂ ਨੇ ਪਾਇਆ। ਗੱਲ ਕਰੀਏ ਪਹਿਲਾਂ ਦੇ ਜਿਹੜੇ ਲੜਕੇ ਸੀ ਉਹ ਕਿਆ ਪਤਾ ਉਹਨਾਂ ਦੀ ਸੋਚ ਕਿੱਦਾਂ ਦੀ ਸੀ, ਉਹ ਪਾਲਦੇ, ਉਹ ਮੁਖੀਆ ਜਿਹੜਾ ਘਰ ਦਾ ਸੀ ਉਹ ਮੁਖੀਆ ਹੀ ਸਮਝਦੇ ਹੁੰਦੇ ਸੀਗੇ। ਕਦੇ ਉਹਨਾਂ ਦੇ ਮੂਹਰੇ ਚੂਹ ਤੱਕ ਨਹੀਂ ਕਰਦੇ ਸੀਗੇ। ਜੇ ਉਹਨਾਂ ਨੇ ਕਹਿਤਾ ਬਈ ਤੁਸੀਂ ਆਹ ਕੰਮ ਕਰਨਾ ਤਾਂ ਉਹਨਾਂ ਨੇ ਕਰਨਾ, ਜੇ ਉਹਨਾਂ ਨੇ ਕਹਿਤਾ ਕੰਮ ਨਹੀਂ ਕਰਨਾ ਤਾਂ ਉਹਨਾਂ ਨਹੀਂ ਕਰਨਾ। ਪਰ ਜੇ ਹੁਣ ਗੱਲ ਕਰੀਏ ਅੱਜ ਦੇ ਬੱਚਿਆਂ ਦੀ, ਅੱਜ ਦੇ ਲੜਕੇ ਪੁੱਛਦੇ ਕਿੱਥੇ ਆ? ਜੇ ਪੜ੍ਹਾਈ ਵੀ ਕਰਨੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰਨੀ, ਸਟਾਫ ਸਬਜੈਕਟ ਰੱਖਣੇ ਅਸੀਂ ਨਹੀਂ ਕਰਨਾ। ਜੇ ਕੱਪੜੇ ਪਾਉਣੇ ਵੀ ਨਹੀਂ ਕਿ ਉਹਨਾਂ ਕੱਪੜੇ ਤੇ ਖਾਣ ਪੀਣ 'ਚ ਵੀ ਉਹ ਕਹਿੰਦੇ ਸਾਡੀ ਮਰਜ਼ੀ ਆ, ਅਸੀਂ ਕੱਪੜੇ ਜਿੱਦਾਂ ਦੇ ਚਾਹੁੰਦੇ ਅਸੀਂ ਉਦਾਂ ਦੇ ਪਾਉਣੇ, ਅਸੀਂ ਤੁਹਾਡੀ ਮਰਜ਼ੀ ਨਾਲ ਨਹੀਂ ਪਾਉਣੇ। ਸੋ ਅੱਜ ਦੀ ਜਿਹੜੀ ਜਨਰੇਸ਼ਨ ਬਦਲਦੀ ਜਾ ਰਹੀ ਆ। ਸੋ ਇਸ ਗੱਲ ਪੇਰੈਂਟਸ ਨੂੰ ਵੀ ਜਿਹੜੀ ਸੋਚ ਬਦਲਣੀ ਚਾਹੀਦੀ ਹੈ। ਲੜਕੇ ਲੜਕੀ 'ਚ ਜਿਹੜਾ ਫਰਕ ਨਹੀਂ ਕਰਨਾ ਚਾਹੀਦਾ। ਤੇ ਜੇ ਰਿਸ਼ਤੇ ਜਿਹੜੇ ਰੱਬ ਨੇ ਤੁਹਾਨੂੰ ਦਾਤ ਬਖਸ਼ੀ ਆ ਮਾਂ ਬਣਨ ਦੀ, ਤਾਂ ਤੁਹਾਨੂੰ ਜਿਹੜੀ ਚਾਹੇ ਉਹਨਾਂ ਨੇ ਲੜਕੀ ਦੇ ਦਿੱਤੀ, ਰੱਬ ਨੇ ਚਾਹੇ ਦੇ ਤਾਂ ਲੜਕਾ ਖੁਸ਼ੀ ਅਪਣਾਉਣਾ ਚਾਹੀਦਾ, ਖੁਸ਼ ਹੋਣਾ ਚਾਹੀਦਾ, ਕਿਉਂਕਿ ਕਿਆ ਪਤਾ ਅੱਗੇ ਜਾ ਕੇ ਤੁਹਾਡੀ ਕੁੜੀ ਨੇ ਤੁਹਾਨੂੰ ਪੁੱਛਣਾ ਹੋਵੇ, ਮੁੰਡੇ ਨੇ ਨਹੀਂ ਪੁੱਛਣਾ ਹੋਵੇ। ਬਿਲਕੁਲ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਸਬਰ ਤੇ ਸੰਤੁਸ਼ਟੀ ਲੋਕਾਂ ਦੇ ਵਿੱਚ ਨਹੀਂ ਰਹੀ। ਸੋ ਹਮੇਸ਼ਾ ਜਿਹੜੇ ਕਿ ਬੱਚੇ ਜਿਹੜੇ ਮਾਪੇ ਜਿਹੜੇ ਸਲਾਹ ਦਿੰਦੇ ਆ ਬੱਚਿਆਂ ਨੂੰ, ਤੇ ਉਹਨਾਂ ਦੀ ਸਲਾਹਾਂ ਦੇ ਵਿੱਚ ਅੱਜ ਕੱਲ੍ਹ ਬੱਚੇ ਜਿਹੜੇ ਜੱਜ ਬਣ ਜਾਂਦੇ ਆ ਕਿ ਤੁਸੀਂ ਇਹ ਵਾਲੀ ਸਲਾਹ ਮੈਨੂੰ ਦੇ ਕਿੱਦਾਂ ਦਿੱਤੀ, ਜਦ ਕਿ ਮੈਂ ਆਪਣੀ ਜ਼ਿੰਦਗੀ ਦਾ ਆਪ ਜ਼ਿੰਮੇਵਾਰ ਆ। ਸਗੋਂ ਇਹ ਕਿਤੇ ਨਾ ਕਿਤੇ ਭੁੱਲ ਜਾਂਦੇ ਜਿਹੜੇ ਬੱਚੇ ਅੱਜ ਕੱਲ੍ਹ ਦੇ ਕਿ ਸਾਡੇ ਮਾਪਿਆਂ ਨੇ ਸਾਨੂੰ ਜਨਮ ਦੇ ਕੇ ਇੱਥੇ ਤੱਕ ਪਹੁੰਚਾਇਆ ਆ, ਉਹਨਾਂ ਦੀ ਅਸੀਂ ਜਿਹੜੇ ਕਿ ਦਿਲੋਂ ਸੇਵਾ ਕਰੀਏ, ਉਹਨਾਂ ਦੀ ਰਿਸਪੈਕਟ ਕਰੀਏ। ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਖਤਮ ਹੁੰਦੀਆਂ ਜਾ ਰਹੀਆਂ। ਰਿਸਪੈਕਟ ਹੋ ਗਿਆ ਤੇ ਅੱਜ ਕੱਲ੍ਹ ਮੈਨੂੰ ਲੱਗਦਾ ਕਈ ਬੱਚੇ ਜਿਹੜੇ ਆਪਣੇ ਮਾਂ-ਬਾਪ ਦੀ ਜਿੱਦਾਂ ਪਹਿਲਾਂ ਡਾਂਟਦੇ ਸੀ, ਬੱਚਾ ਡਰ ਕੇ ਬੈਠ ਜਾਂਦਾ ਸੀ, ਉਹਨਾਂ ਦੀ ਗੱਲ ਮੰਨ ਲੈਂਦਾ ਸੀਗਾ। ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਬੱਚਾ ਜਿਹੜਾ ਆਪਣੇ ਮਾਪਿਆਂ ਤੋਂ ਨਹੀਂ ਡਰਦਾ, ਸਗੋਂ ਆਪਣੀ ਹੀ ਗੱਲ ਮਨਵਾਉਣ ਦੇ ਲਈ ਮਨਮਾਨੀਆਂ ਕਰਦਾ, ਆਪਣੀਆਂ ਹੀ ਮਰਜ਼ੀਆਂ ਕਰਦਾ, ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਤੇ ਉਹੀ ਜਿਹੜੀ ਜ਼ਿੰਦਗੀ ਆਪਣੇ ਹਿਸਾਬ ਦੇ ਨਾਲ ਜਿਉਂਦਾ ਤੇ ਆਪਣੇ ਜਿਹੜੇ ਮਾਪਿਆਂ ਦੇ ਐਡਵਾਈਸ ਵੀ ਨਹੀਂ ਲੈਂਦਾ, ਕਿਤੇ ਨਾ ਕਿਤੇ ਜਾ ਕੇ ਉਹ ਧੱਕਾ ਖਾਂਦਾ ਗਾਂ ਤੋਂ ਗਾਂ ਜਿਹੜਾ ਬੱਚਾ। ਸੋ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਕਿ ਅਗਰ ਕੋਈ ਵੀ ਜ਼ਿੰਦਗੀ ਦਾ ਫੈਸਲਾ ਲੈਣਾ ਤੇ ਆਪਣੇ ਮਾਪਿਆਂ ਦੀ ਜ਼ਰੂਰਤ ਵਿੱਚ ਜਿਹੜੇ ਕਿ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਆ। ਬਿਲਕੁਲ। ਔਰ ਪਹਿਲਾਂ ਇੱਕ ਇਹ ਵੀ ਸੋਚ ਸਾਹਮਣੇ ਆਉਂਦੀ ਸੀ, ਪਹਿਲਾਂ ਇਹ ਕਹਿੰਦੇ ਸੀ ਕਿ ਮਾਂ-ਬਾਪ ਕਦੇ ਗਲਤ ਨਹੀਂ ਹੁੰਦੇ। ਬਟ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਜਿਹੜਾ ਆ ਸਮਾਂ ਥੋੜਾ ਬਦਲ ਚੁੱਕਾ ਆ। ਅੱਜ ਸਾਰੇ ਕਹਿੰਦੇ ਆ ਕਿ ਹਮੇਸ਼ਾ ਵੱਡੇ ਹੀ ਸਹੀ ਹੁੰਦੇ, ਇਹ ਵੀ ਸਹੀ ਨਹੀਂ ਹੈਗਾ ਸੋਚ,
ਕਈ ਵੇਲੇ ਵੱਡੇ ਜਿਹੜੇ ਉਹ ਵੀ ਗਲਤ ਹੋ ਜਾਂਦੇ ਆ ਤੇ ਬੱਚੇ ਵੀ ਸਹੀ ਹੁੰਦੇ ਆ। ਤੇ ਇਸ ਲਈ ਜਿਹੜੇ ਵੱਡੇ ਆ ਉਹਨਾਂ ਨੂੰ ਵੀ ਜਿਹੜੀ ਬੱਚਿਆਂ ਦੀ ਆ ਉਹ ਸੋਚ ਵੱਲ ਜਿਹੜਾ ਧਿਆਨ ਦੇਣਾ ਚਾਹੀਦਾ, ਉਹਨਾਂ ਦੀ ਕਦਰ ਕਰਨੀ ਚਾਹੀਦੀ। ਉਹਨਾਂ ਨੇ ਅਗਰ ਕੋਈ ਫੈਸਲਾ ਲਿਆ ਆ ਜਾਂ ਫਿਰ ਉਹਨਾਂ ਨੇ ਕਦੇ ਤੁਹਾਨੂੰ ਕੁਝ ਕਿਹਾ ਆ ਕਿ ਹਾਂ ਅਸੀਂ ਆਹ ਚੀਜ਼ ਕਰਨਾ ਚਾਹੁੰਦੇ, ਤੇ ਸ਼ਾਇਦ ਹੋ ਸਕਦਾ ਆ ਕਿ ਤੁਹਾਡੇ ਨਾਲ ਬੈਟਰ ਅਗਲੇ ਨੇ ਸੋਚ ਲਿਆ ਹੋਵੇ। ਕਿਉਂਕਿ ਨਿਆਣੇ ਅੱਜ ਕੱਲ੍ਹ ਦੇ ਇੰਨੇ ਜ਼ਿਆਦਾ ਤੇਜ਼ ਆ ਕਿ ਉਹ ਪੁਰਾਣੇ ਜਿਹੜੇ ਸੀ ਲੋਕ, ਜਿਹੜੇ ਪਹਿਲਾਂ ਦੇ ਜਿਹੜੇ ਲੋਕ ਆ ਉਹਨਾਂ ਨਾਲੋਂ ਜ਼ਿਆਦਾ ਤੇਜ਼ ਜਿਹੜੇ ਚੱਲ ਰਹੇ ਆ, ਉਹ ਅੱਜ ਦੀ ਜਨਰੇਸ਼ਨ ਦੇ ਨਾਲ ਚੱਲ ਰਹੇ ਆ। ਜਿਹੜੇ ਸਾਡੇ ਬਜ਼ੁਰਗ ਆ ਉਹ ਥੋੜਾ ਪਿਛਾਂ ਜਿਹੀ ਸੋਚ ਵਾਲੇ ਆ, ਜਿੱਦਾਂ ਪਹਿਲਾਂ ਦੀ ਸੋਚ ਸੀ ਉਦਾਂ ਦੀ ਸੋਚ ਲੈ ਕੇ ਚੱਲ ਰਹੇ ਆ। ਸੋ ਜਿਹੜੇ ਬੱਚੇ ਆ ਉਹ ਵੀ ਜ਼ਿਆਦਾ ਅੱਜ ਕੱਲ੍ਹ ਐਡਵਾਂਸ ਹੋ ਚੁੱਕੇ, ਉਹ ਜਿਹੜੀ ਬਿਲਕੁਲ ਜਿਹੜੀ ਟੈਕਨੋਲੋਜੀ ਅੱਜ ਦੀ ਉਸ ਹਿਸਾਬ ਨਾਲ ਚੱਲ ਰਹੇ ਆ। ਸੋ ਹੋ ਸਕਦਾ ਹੈ ਕਿ ਤੁਹਾਡੇ ਜਿਹੜੇ ਬੱਚੇ ਆ ਉਹ ਵੀ ਸਹੀ ਹੋਣ। ਇਸ ਲਈ ਪੇਰੈਂਟਸ ਨੂੰ ਵੀ ਜਿਹੜਾ ਆ ਪੂਰਾ ਸਾਥ ਦੇਣਾ ਚਾਹੀਦਾ। ਅਗਰ ਬੱਚੇ ਨੇ ਕੋਈ ਡਿਸੀਜਨ ਲਿਆ ਆ, ਦੇਖਣਾ ਚਾਹੀਦਾ ਆ ਕਿ ਉਹ ਸਹੀ ਹੈ ਕਿ ਨਹੀਂ ਹੈ। ਜੇ ਸਹੀ ਹੈ ਤਾਂ ਫਿਰ ਮੰਨਣਾ ਚਾਹੀਦਾ ਆ। ਹਮੇਸ਼ਾ ਇਸ ਈਗੋ ਵਿੱਚ ਨਹੀਂ ਰਹਿ ਜਾਣਾ ਚਾਹੀਦਾ ਕਿ ਅਸੀਂ ਜੋ ਕਹਿਤਾ ਅਸੀਂ ਉਹੀ ਕਰਨਾ ਆ। ਅਸੀਂ ਬੱਚਿਆਂ ਨੂੰ ਇਦਾਂ ਮਤਲਬ ਸਵਾਲ ਜਵਾਬ ਨਹੀਂ ਕਰਨ ਦੇਣੀ ਜਾਂ ਆਪਣੀ ਮਨ ਮਰਜ਼ੀਆਂ ਨਹੀਂ ਕਰਨ ਦੇਣੀਆਂ। ਸੋ ਉਹ ਪੇਰੈਂਟਸ ਵੀ ਜਿਹੜੇ ਗਲਤ ਆ, ਜਿਹੜੇ ਇਹ ਚੀਜ਼ ਲੈ ਕੇ ਚੱਲਦੇ ਆ। ਸੋ ਜਿਹੜੇ ਰਿਸ਼ਤੇ ਆ ਇਨਸਾਨ ਦੇ ਬਣਾਏ ਹੋਏ, ਜਿਹੜੇ ਰਿਸ਼ਤੇ ਉਹ ਇਨਸਾਨ ਜਿਹੜਾ ਆ ਉਹ ਉੱਤੇ ਹਾਵੀ ਹੁੰਦੇ ਜਾ ਰਹੇ ਆ ਇਨਸਾਨ ਦੇ ਉੱਤੇ। ਸੋ ਇਹ ਸਭ ਤੋਂ ਵੱਡੀ ਚਿੰਤਾ ਦੀ ਗੱਲ ਆ ਕਿ ਅਗਰ ਰਿਸ਼ਤੇ ਹੀ ਸਾਡੇ ਤੇ ਹਾਵੀ ਹੋਣ ਲੱਗ ਪਏ, ਜਿਹੜਾ ਇਨਸਾਨ ਆ ਫਿਰ ਉਹ ਚੱਲੇਗਾ ਕਿਵੇਂ, ਤੁਰੇਗਾ ਕਿਵੇਂ? ਕਿਉਂਕਿ ਜੇ ਰਿਸ਼ਤੇ ਬਿਲਕੁਲ ਇਨਸਾਨ ਨੂੰ ਘੇਰਨ ਲੱਗ ਜਾਣ ਸਾਰੇ ਪਾਸਿਓਂ, ਤਾਂ ਜਿਹੜਾ ਡਿਪਰੈਸ਼ਨ ਜਿਹੜਾ ਵੱਧਦਾ, ਡਿਪਰੈਸ਼ਨ ਦੇ ਨਾਲ ਫਿਰ ਹੌਲੀ ਹੌਲੀ ਕੀ ਹੁੰਦਾ, ਬੰਦਾ ਗਲਤ ਕਦਮ ਚੱਕਦਾ ਹੈ। ਕੋਈ ਖੌਫਨਾਕ ਕਦਮ ਚੱਕ ਲੈਂਦਾ ਆ, ਕੋਈ ਸੁਸਾਈਡ ਕਰ ਲੈਂਦਾ ਆ, ਕੋਈ ਕੁਝ ਕਰ ਲੈਂਦਾ, ਕਿਸੇ ਦਾ ਕਤਲ ਕਰ ਦਿੰਦਾ ਆ। ਇਹ ਜਿਹੜੇ ਕਤਲ, ਜਿਹੜੇ ਸੁਸਾਈਡ ਹੋ ਰਿਹਾ ਜਿਹੜਾ ਅੱਜ ਕੱਲ੍ਹ, ਉਹ ਉਹਨਾਂ ਦੀ ਜਿਹੜੀ ਵਜ੍ਹਾ ਜਿਹੜੀ ਆ ਉਹ ਇਨਸਾਨ ਦੀ ਸੋਚ ਆ, ਜਾਂ ਇਨਸਾਨ ਦੇ ਜਿਹੜਾ ਆਸ-ਪਾਸ ਜਿਹੜਾ ਮਾਹੌਲ ਬਣੀ ਜਾਂਦਾ ਹੈ ਜਿੱਦਾਂ ਦਾ, ਉਹ ਜਿਹੜੀ ਆ ਉਹ ਸੋਚ ਕਰਕੇ ਜਿਹੜਾ ਇਨਸਾਨ ਹੈ ਉਹ ਸੁਸਾਈਡ ਵੀ ਕਰਦਾ ਜਾ ਰਿਹਾ ਹੈ। ਉਹਨਾਂ ਲਈ ਹੁਣ ਮਰਨਾ ਜਿਹੜਾ ਆਸਾਨ ਹੋ ਗਿਆ। ਕਿੰਨਾ ਆਸਾਨ ਹੋ ਗਿਆ? ਕਿਉਂਕਿ ਜ਼ਿੰਦਗੀ ਕਹਿੰਦੇ ਆ ਇਨਸਾਨ ਨੂੰ ਜਿਹੜੀ ਜ਼ਿੰਦਗੀ ਇੱਕ ਵਾਰ ਮਿਲਦੀ ਆ ਤੇ ਬਹੁਤ ਸੋਹਣੀ ਆ ਜ਼ਿੰਦਗੀ, ਪਰ ਜੇ ਜੀਣੀ ਹੋਵੇ ਤਾਂ। ਪਰ ਜੇ ਕਹਿ ਲਓ ਕਿ ਮਾਹੌਲ ਹੀ ਇਦਾਂ ਦਾ ਬਣਦਾ ਜਾ ਰਿਹਾ ਆ ਕਿ ਆਏ ਦਿਨ ਅਸੀਂ ਨਿਊਜ਼ ਸੁਣਦੇ ਆ ਕਿ ਇੱਥੇ ਸੁਸਾਈਡ ਕਰ ਲਿਆ, ਉਹਨੇ ਲਾਈਵ ਹੋ ਕੇ ਕਰ ਲਿਆ, ਉਹਨੇ ਵੀਡੀਓ ਬਣਾ ਕੇ ਕਰ ਲਿਆ। ਸੋ ਸੌਖਾ ਜਿਹੜਾ ਆ ਫੰਦਾ ਲੈਣਾ ਉਹਨਾਂ ਲਈ ਬਹੁਤ ਆਸਾਨ ਬਣਿਆ ਹੋਇਆ ਆ। ਮਿੰਟਾਂ 'ਚ ਜਾਂਦੇ ਆ ਕਮਰੇ ਦੇ ਵਿੱਚ ਫੰਦਾ ਲਾ ਕੇ ਜਿਹੜੇ ਆ ਸੁਸਾਈਡ ਕਰ ਲੈਂਦੇ ਆ। ਈਵਨ ਕਿ ਹੁਣ ਤਾਂ ਜਿਹੜਾ ਆਹ ਆਪਣੇ ਹੀਰੋ ਹੀਰੋਇਨਸ ਹੋ ਗਏ, ਉਹਨਾਂ ਦੇ ਜਿਹੜੇ ਖਬਰਾਂ ਚੱਲਦੀਆਂ ਆ, ਉਹਨਾਂ ਨੂੰ ਲੈ ਕੇ ਜਿਹੜੇ ਆ ਨੌਜਵਾਨ ਜਿਹੜੀ ਪੀੜ੍ਹੀ ਆ ਸਾਡੀ ਉਹ ਸੁਸਾਈਡ ਵੱਲ ਜਾ ਰਹੀ ਆ। ਫਿਰ ਜੇ ਗੇਮ ਦੀ ਗੱਲ ਕਰੀਏ, PUBG ਬੰਦ ਕਰ ਦਿੱਤੀ। ਉਹਦੇ ਕਰਕੇ ਹੁਣ ਕੁਝ ਨਿਊਜ਼ ਆਈ ਹੈ ਕਿ ਇੱਕ ਲੜਕੇ ਨੇ ਜਿਹੜਾ ਆ ਸੁਸਾਈਡ ਕਰ ਲਿਆ, ਪੱਛਮੀ ਬੰਗਾਲ ਦਾ ਸੀਗਾ। ਉਹ ਲੜਕੇ ਨੇ ਜਿਹੜਾ ਸੁਸਾਈਡ ਕਰ ਲਿਆ, ਬੈਨ ਕਰ ਦਿੱਤੀ। ਸੋ ਕਿੰਨੀ ਛੋਟੀ ਗੱਲ ਹੈ, ਇੱਕ ਸਿਰਫ ਗੇਮ ਆ। ਸੋ ਉਹ ਰਿਸ਼ਤਾ ਜਿਹੜਾ ਆ ਮੋਬਾਈਲ ਦੇ ਨਾਲ, ਰਿਸ਼ਤਾ ਵੀ ਇੱਕ ਇਨਸਾਨ ਨੇ ਜੋੜਿਆ ਆ। ਸੋ ਉਹ ਜਿਹੜਾ ਮੋਬਾਈਲ ਆ ਉਹਨੇ ਉਹਦੀ ਜਾਨ ਲੈ ਲਈ, ਉਹ ਗੇਮ ਜਿਹੜੀ ਜਾਨ ਲੈ ਲਈ ਆ। ਸੋ ਜਿਹੜੇ ਰਿਸ਼ਤੇ ਆ ਬੜੇ ਹੀ ਕਹਿ ਲਓ ਕਿ ਪਤਲੇ ਹੁੰਦੇ ਜਾ ਰਹੇ ਆ। ਬਿਲਕੁਲ ਇੰਨੇ ਜ਼ਿਆਦਾ ਪਤਲੇ ਹੁੰਦੇ ਜਾ ਰਹੇ ਆ ਕਿ ਉਹਨਾਂ ਲਈ ਕੋਈ ਮਾਇਨੇ ਨਹੀਂ। ਹੁਣ ਨਾ ਤਾਂ ਮਾਂ-ਬਾਪ ਕੋਈ ਮਾਇਨੇ ਰੱਖਦਾ, ਤੇ ਨਾ ਹੀ ਮਾਂ-ਬਾਪ ਲਈ ਕੋਈ ਬੱਚਾ ਮਾਇਨੇ ਰੱਖਦਾ ਆ। ਸਾਰੇ ਇਸ ਟਾਈਮ ਪੈਸੇ ਦੀ ਦੌੜ 'ਚ ਪਏ ਹੋਏ ਆ, ਭੱਜੀ ਜਾਓ ਤੇ ਬਸ ਆਪਣੀ ਜ਼ਿੰਦਗੀ ਜੀ ਜਾਓ। ਤੇ ਕਹਿੰਦੇ ਸੀ ਕਿ ਜੇ ਫੋਰਨ ਕੰਟਰੀਜ਼ ਦੀ ਗੱਲ ਕਰੀਏ ਸੁਣਾਣਾ, ਤੇ ਉੱਥੇ ਕਹਿੰਦੇ ਆ ਕਿ ਜਿਹੜੇ ਪੇਰੈਂਟਸ ਆ ਇੱਕ ਉਮਰ ਤੋਂ ਬਾਅਦ ਬੱਚਿਆਂ ਨੂੰ ਕਹਿੰਦੇ ਤੁਹਾਡੀ ਜ਼ਿੰਦਗੀ ਆਪਣੀ ਜੀਓ, ਆਪਣਾ ਕਮਾਓ, ਆਪਣਾ ਖਾਓ, ਆਪਣਾ ਘਰ ਲਓ ਤੇ ਉੱਥੇ ਰਹੋ। ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਆ ਤੇ ਅਸੀਂ ਹੁਣ ਆਪਣੀ ਜ਼ਿੰਦਗੀ ਜੀਣੀ ਆ। ਸੋ ਉਹ ਮਾਹੌਲ ਇੱਧਰ ਵੀ ਹੁਣ ਆ ਰਿਹਾ ਆ। ਪੰਜਾਬ 'ਚ ਵੀ ਇਦਾਂ ਹੀ ਆ। ਮਾਂ-ਬਾਪ ਜਿਹੜੇ ਆ ਉਹ ਪੈਸਾ ਕਮਾ ਰਹੇ ਆ, ਕਮਾਈ ਜਾਂਦੇ ਆ। ਜਦੋਂ ਵੱਡਾ ਹੋ ਜਾਂਦਾ ਹੈ ਨਿਆਣਾ ਤਾਂ ਫਿਰ ਕਹਿੰਦੇ ਆ ਹੁਣ ਤੇਰੀ ਉਮਰ ਹੋ ਗਈ ਆ, ਹੁਣ ਕਮਾਉਣਾ ਸ਼ੁਰੂ ਕਰ ਦੇ, ਅਸੀਂ ਜਿੰਨਾ ਕਿ ਤੁਹਾਨੂੰ ਪਾਲਣਾ ਸੀ ਪਾਲ ਚੁੱਕੇ ਆ, ਹੁਣ ਤੁਸੀਂ ਆਪਣੇ ਆਪ ਹੀ ਦੇਖੋ। ਤੇ ਇੱਕ ਗੱਲ ਚਲੋ ਸਹੀ ਵੀ ਆ ਕਿ ਜਿਹੜਾ ਬੱਚਾ ਆ ਉਹ ਆਤਮ ਨਿਰਭਰ ਬਣ ਜਾਂਦਾ ਆ। ਉਹ ਬਿਲਕੁਲ ਜਾਣੀ ਕਿ ਉਹਨੂੰ ਪਤਾ ਜ਼ਿੰਮੇਵਾਰੀ ਸਹੀ ਟਾਈਮ ਤੇ ਮਿਲ ਜਾਣ ਤਾਂ ਫਿਰ ਸੰਭਲ ਜਾਂਦਾ ਬੱਚਾ। ਜੇ ਉਹੀ ਜ਼ਿੰਮੇਵਾਰੀ ਨਾ ਟਾਈਮ ਤੇ ਪਵੇ ਤੇ ਬੱਚਾ ਜਿਹੜਾ ਆ ਗਲਤ ਰਾਹੀਂ ਪੈ ਜਾਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਵੀ ਬੜੀਆਂ ਚੰਗੀਆਂ ਵੀ ਆ ਤੇ ਇਹਦੇ ਸਾਈਡ ਇਫੈਕਟ ਵੀ ਬਹੁਤ ਜ਼ਿਆਦਾ ਆ ਜਾਂਦੇ ਆ। ਕਿਉਂਕਿ ਫਿਰ ਇਨਸਾਨ ਜਿਹੜਾ ਆ, ਜੇ ਬੱਚਿਆਂ ਨੂੰ ਆਪਾਂ ਇਹ ਗੱਲ ਕਹਿਤੀ ਕਿ ਤੁਸੀਂ ਆਪਣਾ ਕਮਾਓ, ਆਪਣਾ ਖਾਓ, ਤਾਂ ਅਗਲੇ ਕਹਿ ਦਿੰਦੇ ਆ ਕਿ ਹੁਣ ਅਸੀਂ ਆਪਣਾ ਕਮਾ ਰਹੇ ਆ, ਤੁਹਾਡਾ ਵੀ ਹੁਣ ਕੋਈ ਰੋਕ ਟੋਕ ਜਿਹੜੀ ਆ ਉਹਦਾ ਕੋਈ ਮਾਇਨੇ ਨਹੀਂ ਹੈਗੇ ਸਾਡੀ ਜ਼ਿੰਦਗੀ 'ਚ, ਸਾਡੀ ਜ਼ਿੰਦਗੀ ਅਸੀਂ ਅਲੱਗ ਕਰ ਲਈ ਆ। ਸੋ ਇਹ ਚੀਜ਼ ਦੇ ਸਾਈਡ ਇਫੈਕਟ ਵੀ ਆ ਰਹੇ ਆ, ਗੁੱਡ ਇਫੈਕਟ ਵੀ ਸਾਹਮਣੇ ਆ ਰਹੇ ਆ। ਤੇ ਜੇ ਗੱਲ ਕਰੀਏ ਕਿ ਇਨਸਾਨ ਵੱਲੋਂ ਇੱਕ ਰਿਸ਼ਤਾ ਜਿਹੜਾ ਦੋਸਤੀ ਦਾ ਬਣਾਇਆ, ਉਹ ਵੀ ਹੁਣ ਜਿਹੜੀ ਖਤਮ ਹੁੰਦੀ ਜਾ ਰਹੀ ਆ। ਪੈਸਾ ਜਿਹੜਾ ਆ ਉਹ ਦੋਸਤੀ ਖਤਮ ਕਰ ਦਿੰਦਾ ਆ। ਜੇ ਕਿਸੇ ਦੋਸਤ ਨੇ ਪੈਸੇ ਲੈ ਲਏ ਤਾਂ ਉਹ ਤੋਂ ਮੰਗਦੇ ਉਹ ਅਗਲਾ ਜਿਹੜਾ ਗੁੱਸੇ ਹੋ ਜਾਂਦਾ ਹੈ ਤਾਂ ਬਾਅਦ ਵਿੱਚ ਇੱਕ ਦੂਜੇ ਨੂੰ ਮਾਰਨ ਲੱਗ ਜਾਂਦੇ ਆ, ਜਾਂ ਫਿਰ ਕਿਸੇ ਲੜਕੀ ਦੇ ਪਿੱਛੇ ਜਿਹੜਾ ਹੈ ਦੋਸਤੀ ਖਤਮ ਕਰ ਦਿੰਦੇ ਆ।
ਜਾਂ ਕਿਸੇ ਚੀਜ਼ ਦੇ ਪਿੱਛੇ। ਸੋ ਜਿਹੜੇ ਰਿਸ਼ਤੇ ਆ ਇਨਸਾਨ ਵੱਲੋਂ ਜਦ ਰੱਬ ਵੱਲੋਂ ਬਣਾਇਆ ਰਿਸ਼ਤਾ ਜਿਹੜਾ ਉਹੀ ਤਾਰ-ਤਾਰ ਹੁੰਦਾ ਜਾ ਰਿਹਾ, ਤੇ ਇਨਸਾਨ ਦੇ ਰਿਸ਼ਤੇ ਕਿੱਥੇ ਖੜਨਗੇ ਕਿਸੇ ਸਾਹਮਣੇ। ਬਿਲਕੁਲ ਸਾਡੇ ਵਿੱਚ ਇਹੀ ਕਮੀਆਂ ਕਿ ਸੋਚ ਦੀ ਚੰਗੀ ਸੋਚ ਦੀ ਮੈਨੂੰ ਲੱਗਦਾ ਕਮੀ ਹੈ। ਇਨਸਾਨ ਅੱਜ ਦੇ ਸਮੇਂ ਵਿੱਚ ਇਹ ਭੁੱਲ ਗਿਆ ਕਿ ਨਾਲ ਪੈਸੇ ਨਹੀਂ ਲੈ ਕੇ ਜਾਣੇ, ਸਗੋਂ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੇ ਤੇ ਲੋਕ ਸਾਡੇ ਬਾਅਦ ਵਿੱਚ ਸਾਨੂੰ ਯਾਦ ਕਰਨਗੇ ਕਿ ਇਹ ਚੰਗਾ ਇਨਸਾਨ ਸੀ, ਮੇਰਾ ਸਾਥ ਦਿੱਤਾ ਤੇ ਮੈਂ ਉਹਦਾ ਸਾਥ ਦਿੱਤਾ। ਪਰ ਕਿਤੇ ਨਾ ਕਿਤੇ ਜਿਹੜੇ ਲੋਕ ਆ ਪੈਸੇ ਦੇ ਵਿੱਚ ਇੰਨਾ ਕੁਝ ਪੈਸਾ ਹੀ ਆ ਆਪਣੇ ਮਾਪਿਆਂ ਨੂੰ ਸਗੋਂ ਪਿੱਛੇ ਛੱਡ ਦਿੰਦੇ। ਅੱਜ ਦੀ ਜਨਰੇਸ਼ਨ ਦੀ ਗੱਲ ਕਰੀਏ ਕਿ ਜਿਹੜੇ ਬੱਚੇ ਆ ਵੱਡੇ ਜੋਬ ਤੇ ਲੱਗ ਗਏ ਆ, ਉਹਨਾਂ ਤੋਂ ਆਪਣੇ ਮਾਪਿਆਂ ਨੂੰ ਨਹੀਂ ਸਾਂਭਣ ਦਾ ਸਮਾਂ ਹੈਗਾ, ਵਿਚਾਰੇ ਇੱਦਾਂ ਹੀ ਰੁਲਦੇ ਫਿਰਦੇ ਜਾਂ ਆਸ਼ਰਮ ਦੇ ਵਿੱਚ ਛੱਡ ਆਉਂਦੇ ਆ। ਸੋ ਕਿਤੇ ਨਾ ਕਿਤੇ ਸਾਡੀ ਚੰਗੀ ਸੋਚ ਜਿਹੜੀ ਕਿ ਸਾਨੂੰ ਆਪਣੀ ਰੱਖਣੀ ਚਾਹੀਦੀ ਹੈ ਕਿ ਅਗਰ ਪੈਸਾ ਵੀ ਕਮਾਉਣਾ ਆਪਣੇ ਮਾਪਿਆਂ ਨੂੰ ਵੀ ਨਾਲ ਦੇਖਣਾ ਚਾਹੀਦਾ ਆ। ਤੇ ਅਗਰ ਆਪਾਂ ਗੱਲ ਕਰੀਏ ਕਿ ਮਾਪੇ ਵੀ ਚੰਗੇ ਵੀ ਆ ਤੇ ਕਈ ਜਿਹੜੇ ਕਿ ਰਿਸ਼ਤਿਆਂ ਦੀ ਆਪਾਂ ਗੱਲ ਕਰਦੇ ਸੀ ਕਿ ਰਿਸ਼ਤੇ ਵੀ ਇੰਨੇ ਖੋਖਲੇ ਹੋ ਚੁੱਕੇ ਆ, ਸਗੋਂ ਅਸੀਂ ਖੁਦ ਹੀ ਜਿਹੜੇ ਰਿਸ਼ਤੇ ਬਣਾਉਂਦੇ ਤੇ ਉਹਨਾਂ ਨੂੰ ਖੋਖਲੇ ਵੀ ਕਰ ਦਿੰਦੇ ਆ। ਅਗਰ ਗੱਲ ਕੀਤੀ ਜਾਵੇ ਧੀ ਤੇ ਮਾਂ ਦੇ ਰਿਸ਼ਤੇ ਦੀ, ਕਿੰਨਾ ਪਿਆਰਾ ਰਿਸ਼ਤਾ ਹੁੰਦਾ, ਢਿੱਡੋਂ ਜਿਹੜਾ ਧੀ ਨੂੰ ਜਨਮ ਦਿੱਤਾ ਹੁੰਦਾ, ਮਾਂ ਨੇ ਜਿਹੜਾ ਕਿ ਜਦੋਂ ਪਿਓ ਦੀ ਧੀ ਦੀ ਮੌਤ ਹੋ ਜਾਂਦੀ ਤੇ ਮਾਂ ਇੰਨੀ ਗਲਤ ਹੋ ਜਾਂਦੀ ਹੈ ਕਿ ਆਪਣੇ ਜੇਠ ਦੇ ਮੁੰਡਿਆਂ ਦੇ ਨਾਲ ਨਜਾਇਜ਼ ਸੰਬੰਧ ਬਣਾ ਦਿੰਦੀ ਆ। ਸੋ ਆਪਣੀ ਧੀ ਨੂੰ ਵੀ ਜਿਹੜੇ ਕਿ ਇਹ ਰਿਸ਼ਤਾਲੇ ਪਾ ਦਿੰਦੀ ਆ। ਸੋ ਅੱਜ ਤੋਂ ਦੇਖ ਕੇ ਲੱਗਦਾ ਕਿ ਰਿਸ਼ਤੇ ਕਿੰਨੇ ਕਮਜ਼ੋਰ ਦਿਨ ਬ ਦਿਨ ਹੁੰਦੇ ਜਾ ਰਹੇ ਆ। ਬਿਲਕੁਲ। ਔਰ ਜੇ ਅਸੀਂ ਪਹਿਲਾਂ ਦੀ ਗੱਲ ਕਰੀਏ, ਪਹਿਲਾਂ ਜਿਹੜਾ ਸੀਗਾ ਲੋਕ ਅੱਜ ਦੀ ਜਿਹੜੀ ਜਨਰੇਸ਼ਨ ਹੈ ਨਾ, ਉਹ ਇਹ ਸੋਚਦੀ ਹੈ ਪਰਮਾਤਮਾ ਹੈ ਨਹੀਂ ਹੈ, ਕਿਉਂਕਿ ਪਹਿਲਾਂ ਦੇ ਜਿਹੜੇ ਲੋਕ ਸੀ ਉਹ ਇੰਨਾ ਜ਼ਿਆਦਾ ਮੰਨਦੇ ਹੁੰਦੇ ਸੀ, ਉਹਨਾਂ ਨੂੰ ਖੌਫ ਹੁੰਦਾ ਸੀ ਉਸ ਚੀਜ਼ ਦਾ ਕਿ ਜੇ ਅਸੀਂ ਅੱਜ ਗਲਤ ਕਰਾਂਗੇ ਤਾਂ ਸਾਡੇ ਤੇ ਪੈਣੀ ਹੈ, ਸਜ਼ਾ ਦੇਣੀ ਹੈ। ਸੋ ਉਹ ਸੋਚ ਜਿਹੜੀ ਸੀਗੀ ਉਹ ਇਨਸਾਨ ਨੂੰ ਇਨਸਾਨ ਬਣਾਈ ਰੱਖਿਆ ਸੀਗਾ ਉਸੇ ਸੋਚ ਨੇ। ਪਰ ਹੁਣ ਤਾਂ ਲੋਕ ਇਹ ਕਹਿੰਦੇ ਆ ਕਿ ਪਰਮਾਤਮਾ ਜਿਹੜਾ ਆ ਉਹ ਹੈ ਹੀ ਨਹੀਂ ਦੁਨੀਆ ਵਿੱਚ, ਅਸੀਂ ਹੈ ਸਾਰਾ ਕੁਝ, ਅਸੀਂ ਕਮਾ ਰਹੇ ਆ, ਅਸੀਂ ਨੌਕਰੀ ਲੱਭੀ ਆ, ਸਾਨੂੰ ਸਾਡੇ ਮਿਹਨਤ ਦੀ ਬਦੌਲਤ ਜਿਹੜੀ ਜੌਬ ਮਿਲੀ ਆ ਤੇ ਅਸੀਂ ਹੁਣ ਜੌਬ ਕਰ ਰਹੇ ਆ, ਪੈਸਾ ਆਪਣੀ ਮਿਹਨਤ ਦੀ ਬਦੌਲਤ ਆਪਣੀ ਮਿਹਨਤ ਦਾ ਖਾ ਰਹੇ ਆ, ਕਿ ਵਿੱਚ ਪਰਮਾਤਮਾ ਕਿੱਥੋਂ ਆ ਗਿਆ। ਤੇ ਜੇ ਮਾਪੇ ਕਹਿੰਦੇ ਨੇ ਬੱਚਿਆਂ ਨੂੰ ਕਿ ਹਾਂ ਵੀ ਆ ਜਾਓ, ਅਸੀਂ ਉੱਥੇ ਮੱਥਾ ਟੇਕਣ ਜਾਣਾ ਹੈ, ਵੀ ਨਾਲ ਚੱਲੋ, ਅਗਲੇ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਇਹ ਚੀਜ਼ਾਂ ਦਾ। ਬਿਲਕੁਲ ਕਹਿੰਦੇ ਆ ਕਿ ਗੁਰਦੁਆਰੇ 'ਚ ਕੀ ਆ, ਮੰਦਿਰਾਂ 'ਚ ਕੀ ਆ। ਅੱਜ ਕੱਲ੍ਹ ਸੋਚ ਜਿਹੜੇ ਨਿਆਣਿਆਂ ਦੀ ਉਹ ਇਹ ਬਣ ਚੁੱਕੀ ਆ ਕਿ ਕੁਝ ਨਹੀਂ ਹੈਗਾ, ਸਿਰਫ ਮਿਹਨਤ ਜਿਹੜੀ ਹੈ ਨਾ ਉਹੀ ਤੁਹਾਡੇ ਜਾਣੀ ਕਿ ਤੁਹਾਡੀ ਜਿਹੜੀ ਜ਼ਿੰਦਗੀ ਸਵਾਰਦੀ ਆ, ਪਰਮਾਤਮਾ ਨਹੀਂ ਹੈਗਾ। ਸੋ ਉਹ ਚੀਜ਼ ਦਾ ਇਸ ਲਈ ਉਹਨਾਂ ਦੇ ਅੰਦਰੋਂ ਡਰ ਜਿਹੜਾ ਪਰਮਾਤਮਾ ਦਾ ਖਤਮ ਹੋ ਚੁੱਕਾ ਹੈ। ਇਸ ਲਈ ਉਹ ਸ਼ਾਇਦ ਇਹ ਚੀਜ਼ਾਂ ਕਰ ਰਹੇ ਆ ਕਿ ਮਾਪਿਆਂ ਨੂੰ ਛੱਡ ਦਿੰਦੇ ਆ ਰੁਲਣ ਲਈ, ਉਹਨਾਂ ਨੂੰ ਧੱਕੇ ਦਿੰਦੇ, ਬਾਹਰ ਘਰੋਂ ਕੱਢ ਦਿੰਦੇ ਆ। ਇਹ ਨਹੀਂ ਦੇਖਦੇ ਕਿ ਜੇ ਅਸੀਂ ਅੱਜ ਇੱਦਾਂ ਕਰ ਰਹੇ ਆ ਤਾਂ ਕੱਲ ਸਾਨੂੰ ਜਿਹੜਾ ਆ ਇਹ ਸਾਰਾ ਕੁਝ ਫੇਸ ਕਰਨਾ ਪੈਣਾ ਆ। ਸਾਡੇ ਵੀ ਅੱਗੇ ਬੱਚੇ ਹੋਣੇ ਆ, ਤੁਸੀਂ ਕਿਹੜਾ ਬਿਨਾਂ ਬੱਚਿਆਂ ਤੋਂ ਰਹਿਣਾ ਹੈ। ਸੋ ਤੁਹਾਡੇ ਬੱਚੇ ਜਿੱਦਾਂ ਤੁਸੀਂ ਅੱਜ ਬੱਚੇ ਆਪਣੇ ਮਾਂ-ਬਾਪ ਨਾਲ ਕਰ ਰਹੇ, ਕੱਲ ਤੁਹਾਡੇ ਬੱਚੇ ਵੀ ਤਾਂ ਇੱਦਾਂ ਹੀ ਕਰਨਗੇ। ਇਹ ਚੀਜ਼ਾਂ ਜਿਹੜੀਆਂ ਆ ਇਹ ਜਿਹੜੀਆਂ ਲੋਕਾਂ ਦੇ ਮਨਾਂ ਵਿੱਚ ਜਿਹੜਾ ਡਰ ਹੈ ਪਰਮਾਤਮਾ ਤੋਂ ਖਤਮ ਹੋ ਗਿਆ। ਪਹਿਲਾਂ ਡਰ ਹੁੰਦਾ ਸੀ, ਖੌਫ ਹੁੰਦਾ ਸੀ, ਇੱਜ਼ਤ ਕਰਦੇ ਸੀ, ਪਰਮਾਤਮਾ ਨੂੰ ਮੰਨਦੇ ਸੀ, ਬਟ ਅੱਜ ਜਿਹੜੇ ਆ ਇਹ ਚੀਜ਼ ਖਤਮ ਹੋ ਚੁੱਕੀ ਆ। ਇਸ ਲਈ ਜਿਹੜਾ ਇਨਸਾਨ ਆ ਉਹ ਹੈਵਾਨ ਬਣਦਾ ਜਾ ਰਿਹਾ ਆ। ਔਰ ਕਹਿੰਦੇ ਕਿ ਜੇ ਦਿਨ ਆ ਤਾਂ ਰਾਤ ਆ, ਜੇ ਸੱਚ ਆ ਤਾਂ ਝੂਠ ਆ। ਤੇ ਉਹੀ ਚੀਜ਼ ਆ ਕਿ ਜੇ ਚੰਗੀ ਸ਼ਕਤੀ ਹੈਗੀ ਸੀ, ਪਰਮਾਤਮਾ ਹੈ, ਤੇ ਸ਼ੈਤਾਨ ਵੀ ਹੈਗਾ ਸੀ। ਤਾਂ ਇਸ ਟਾਈਮ ਜਿਹੜਾ ਕਲਯੁਗ ਚੱਲ ਰਿਹਾ ਤੇ ਕਲਯੁਗ ਵਿੱਚ ਸ਼ੈਤਾਨ ਜਿਹੜਾ ਆ ਉਹ ਜ਼ਿਆਦਾ ਹਾਵੀ ਹੋ ਰਿਹਾ ਇਨਸਾਨ ਦੇ ਉੱਤੇ। ਤੇ ਇਸੇ ਲਈ ਜਿਹੜਾ ਆ ਉਹ ਲੋਕਾਂ ਨੂੰ ਜਿਹੜਾ ਆ ਇਨਸਾਨਾਂ ਨੂੰ ਜਿਹੜਾ ਆ ਹੈਵਾਨ ਬਣਾਉਂਦਾ ਜਾ ਰਿਹਾ ਆ। ਇਸ ਲਈ ਅੱਜ ਕੱਲ੍ਹ ਜਿਹੜੀਆਂ ਆ ਫੀਲਿੰਗਸ ਖਤਮ ਹੋ ਗਈਆਂ, ਅਹਿਸਾਸ ਖਤਮ ਹੋ ਗਏ ਆ, ਇੱਕ ਦੂਜੇ ਦੀ ਕਦਰਾਂ ਖਤਮ ਹੋ ਗਈਆਂ, ਇੱਕ ਦੂਜੇ ਨਾਲ ਪਿਆਰ ਜਿਹੜਾ ਖਤਮ ਹੋ ਗਿਆ ਆ। ਸਿਰਫ ਪੈਸਾ 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 ਤੇ ਉਹਨਾਂ ਦੀ ਆਪਣੀ ਜ਼ਿੰਦਗੀ ਤੇ ਪੈਸਾ, ਬਸ ਇਹੀ ਆ। ਉਹ ਕਹਿੰਦੇ ਪੈਸੇ ਤੋਂ ਬਿਨਾਂ ਨਹੀਂ ਜ਼ਿੰਦਗੀ ਜੀ ਸਕਦੇ। ਔਰ ਜੇ ਉਹਨਾਂ ਨੂੰ ਇਹ ਕਹੀਏ ਕਿ ਪਰਮਾਤਮਾ ਜੇ ਚਾਹੇ ਤਾਂ ਪੈਸਾ ਲੈ ਸਕਦਾ, ਅਗਲੇ ਕਹਿੰਦੇ ਆ ਕਿ ਅਸੀਂ ਕਮਾਇਆ ਤਾਂ ਅਸੀਂ ਉਡਾਵਾਂਗੇ। ਤੇ ਇਦਾਂ ਪਰਮਾਤਮਾ ਕਿੱਦਾਂ ਲੈ ਜਾਏਗਾ? ਨਾ ਤਾਂ ਉਹਨੇ ਸਾਨੂੰ ਦੇਣ 'ਚ ਕੋਈ ਸਾਡੀ ਹੈਲਪ ਕੀਤੀ ਸੀ, ਨਾ ਸਾਡੇ ਤੋਂ ਖੋਣ 'ਚ ਕੋਈ ਕਰ ਸਕਦਾ ਆ। ਸੋ ਉਹ ਚੀਜ਼ਾਂ ਜਿਹੜੀਆਂ ਆ ਇਹ ਬੰਦੇ ਦੇ ਜਿਹੜਾ ਆ ਅਸਰ ਇਸ ਟਾਈਮ ਦਿਮਾਗ ਇਨਸਾਨ ਬਣ ਚੁੱਕਾ ਹੈ। ਤੇ ਨਾਸਤਿਕਤਾ ਕਰਕੇ ਹੀ ਜਿਹੜਾ ਆ ਇਨਸਾਨ ਜਿਹੜੀ ਖਤਮ ਹੁੰਦੀ ਜਾ ਰਹੀ ਹੈ। ਬਿਲਕੁਲ ਨਾਸਤਿਕਤਾ ਦੀ ਤੁਸੀਂ ਗੱਲ ਕੀਤੀ, ਇਹਦੇ ਨਾਲ ਜਿਹੜੇ ਕਿ ਮਤਲਬ ਦੇ ਲੋਕ ਵੀ ਬਹੁਤ ਆ, ਮਤਲਬ ਜਿਹੜੇ ਕਿ ਰਿਸ਼ਤਿਆਂ ਵਿੱਚ ਮਤਲਬ ਕੱਢ ਕੇ ਚੱਲਦੇ ਬਣਦੇ। ਜਦੋਂ ਉਹਨਾਂ ਨੂੰ ਮਤਲਬ ਹੁੰਦਾ ਉਦੋਂ ਤੱਕ ਉਹਨਾਂ ਦੇ ਨਾਲ ਜਿਹੜਾ ਕਿ ਕਨੈਕਸ਼ਨ ਰੱਖਦੇ, ਜਦੋਂ ਉਹਨਾਂ ਦਾ ਮਤਲਬ ਖਤਮ ਹੋ ਜਾਂਦਾ ਕਹਿ ਦਿੰਦੇ ਤੂੰ ਕੌਣ ਤੇ ਮੈਂ ਕੌਣ ਆ। ਤੇ ਕਿਤੇ ਨਾ ਕਿਤੇ ਜਿਹੜਾ ਕਿ ਅਸੀਂ ਲੋਕ ਜ਼ਿਆਦਾ ਓਵਰ ਕੌਨਫੀਡੈਂਟ ਹੋ ਜਾਂਦੇ ਆ। ਓਵਰ ਕੌਨਫੀਡੈਂਟ ਹੋਣੀ ਗਲਤ ਗੱਲ ਵੀ ਨਹੀਂ, ਪਰ ਉਹ ਆਪਣੇ ਕੌਨਫੀਡੈਂਟ ਨੂੰ ਉੱਥੇ ਯੂਜ਼ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਮੇਰੇ ਲਈ ਗਲਤ ਤੇ ਕਿਹੜੀ ਚੀਜ਼ ਸਹੀ ਆ। ਪਰ ਅਸੀਂ ਜ਼ਿਆਦਾਤਰ ਮੈਨੂੰ ਲੱਗਦਾ ਕਿ ਜ਼ਿਆਦਾ ਗਲਤ ਪਾਸੇ ਵੱਲ ਨੂੰ ਜਾਂਦੇ ਆ, ਨੈਗੇਟਿਵ ਵਾਲੀ ਚੀਜ਼ ਨੂੰ ਜ਼ਿਆਦਾ ਜਿਹੜੀ ਤਵੱਜੋ ਦਿੰਦੇ ਆ। ਸੋ ਇਹ ਕਿਤੇ ਨਾ ਕਿਤੇ ਚੀਜ਼ਾਂ ਜਿਹੜੀ ਸਾਡੇ ਲਈ
ਅਗਾਂਹ ਜਾ ਕੇ ਜਿਹੜੇ ਕਿ ਹਾਵੀ ਹੋ ਜਾਂਦੀਆਂ। ਸਾਡੇ ਤੇ ਹੀ ਡਿਪੈਂਡ ਕਰਦਾ ਪਿਆ ਆ ਕਿ ਅਸੀਂ ਜਿਹੜੇ ਰਿਸ਼ਤੇ ਆ ਕਿੱਦਾਂ ਬਚਾ ਕੇ ਰੱਖਣੇ ਆ ਆਪਣੇ, ਤੇ ਮਾਂ-ਬਾਪ ਨਾਲ ਕਿੱਦਾਂ ਬਣਾ ਕੇ ਰੱਖਣੀ, ਤੇ ਮਾਂ-ਬਾਪ ਨੇ ਆਪਣੇ ਬੱਚਿਆਂ ਨਾਲ ਕਿਵੇਂ ਨਿਭਾਉਣੀ ਆ ਤੇ ਬਚਾ ਕੇ ਰੱਖਣੀ ਆ। ਆਪਣੀ ਜਿਹੜਾ ਪਿਆਰ ਆ ਉਹ ਕਿੱਦਾਂ ਬਣਾ ਕੇ ਰੱਖਣਾ ਆ, ਇਹ ਸਾਡੇ ਤੇ ਹੀ ਡਿਪੈਂਡ ਕਰਦਾ ਆ। ਕਿਉਂਕਿ ਰੱਬ ਨੇ ਆਪਣਾ ਕੰਮ ਜਿਹੜਾ ਕਰ ਦਿੱਤਾ, ਰਿਸ਼ਤਾ ਤੁਹਾਨੂੰ ਜਿਹੜਾ ਦੇ ਦਿੱਤਾ ਆ, ਪਰ ਉਸ ਰਿਸ਼ਤੇ ਨੂੰ ਜਿਹੜੀ ਉਹਦੀ ਕਦਰ ਕਰਨੀ, ਉਹਨੂੰ ਸੰਭਾਲ ਕੇ ਰੱਖਣਾ, ਉਹ ਸਾਡੇ ਤੇ ਡਿਪੈਂਡ ਕਰਦਾ ਆ। ਸੋ ਸਮਾਂ ਜਿਹੜਾ ਹੈ ਸਾਨੂੰ ਹੋਰ ਜ਼ਿਆਦਾ ਅੱਗੇ ਗੱਲਬਾਤ ਜਾਂ ਸਾਡੀ ਵਿਚਾਰ ਚਰਚਾ ਜਾਰੀ ਰੱਖਣ ਦਾ ਇਜਾਜ਼ਤ ਨਹੀਂ ਦੇ ਰਿਹਾ। ਸੋ ਇਸ ਦੇ ਨਾਲ ਹੀ ਮੈਨੂੰ ਰੂਪ ਤੇ ਸੁਨਹਿਰਾ ਨੂੰ ਦਿਓ ਇਜਾਜ਼ਤ। ਧੰਨਵਾਦ।